ਅੱਜ ਦੀ ਕਲਾਸ ਸਟਾਰਟ ਕਰਦੇ ਹਾਂ ਆਪਾਂ ਹਿਊਮਨ ਰਿਪਰੋਡਕਸ਼ਨ ਪਾਰਟ ਬੀ। ਹਿਊਮਨ ਰਿਪਰੋਡਕਸ਼ਨ ਦੇ ਵਿੱਚ ਆਪਾਂ ਲਾਸਟ ਟਾਈਮ ਆਪਾਂ ਕਰ ਲਿਆ ਸੀਗਾ ਫੀਮੇਲ ਜੈਨੇਟਿਕਲ ਰੀਜਨ ਔਰ ਮੇਲ ਦੋਨੋਂ ਦੇ ਕਰ ਚੁੱਕੇ ਹਾਂ ਆਪਾਂ। ਔਰ ਅੱਜ ਦੀ ਕਲਾਸ ਵਿੱਚ ਆਪਣਾ ਨੈਕਸਟ ਹੈ ਜੋ ਪਾਰਟ ਬੀ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੋ ਫਰਟੀਲਾਈਜੇਸ਼ਨ ਕਿੱਦਾਂ ਹੋਏਗੀ, ਐਮਬ੍ਰਿਓਨਿਕ ਡਿਵੈਲਪਮੈਂਟ ਕਿਵੇਂ ਹੋਏਗੀ। ਇਸ ਸੈਕਿੰਡ ਪਾਰਟ ਦੇ ਵਿੱਚ ਆਪਾਂ ਇਸ ਬਾਰੇ ਸਾਰਾ ਡਿਸਕਸ ਕਰਾਂਗੇ। ਇੰਟਰੋਡਕਸ਼ਨ ਤੋਂ ਸਟਾਰਟ ਕਰਦੇ ਹਾਂ। ਦੇਖੋ ਹਿਊਮਨ ਰਿਪਰੋਡਕਸ਼ਨ ਜੋ ਹੈ ਉਹ ਸਟੈਪ ਬਾਈ ਸਟੈਪ ਚੱਲਦੀ ਹੈ। ਸਭ ਤੋਂ ਪਹਿਲਾਂ ਉਹਦੇ 'ਚ ਪ੍ਰੋਸੈਸ ਹੋਏਗੀ ਗਮੇਟੋਜੈਨਸਿਸ। ਗਮੇਟੋਜੈਨਸਿਸ ਹੈ ਫੋਰਮੇਸ਼ਨ ਆਫ ਗਮੀਟ। ਫੀਮੇਲ ਦੇ ਵਿੱਚ ਕੀ ਬਣਦਾ, ਓਵਮ। ਇੱਦਾਂ ਮੇਲ ਦੇ ਵਿੱਚ ਕੀ ਬਣੇਗਾ, ਸਪਰਮ। ਇਹ ਦੋਨੋਂ ਚੀਜ਼ਾਂ ਦੀ ਫੋਰਮੇਸ਼ਨ ਹੋਣਾ ਇਹ ਕਿੱਦਾਂ ਦੀ ਪ੍ਰੋਸੈਸ ਹੁੰਦੀ ਹੈ, ਗਮੇਟੋਜੈਨਸਿਸ। ਫੀਮੇਲ ਦੇ ਵਿੱਚ ਕਿਹੜੀ ਵਾਲੀ ਚੱਲੇਗੀ, ਫੀਮੇਲ ਦੇ ਵਿੱਚ ਆਪਾਂ ਕਰੀਏ ਓਵੋਨੀਅਮ ਜੈਨਸਿਸ ਔਰ ਮੇਲ ਦੇ ਵਿੱਚ ਸਪਰਮੈਟੋਜੈਨਸਿਸ, ਜਿਹਦੇ ਵਿੱਚ ਸਪਰਮ ਫੋਰਮ ਹੋਣਗੇ ਔਰ ਓਜੈਨਸਿਸ ਦੇ ਵਿੱਚ ਓਵਮ ਫੋਰਮ ਹੁੰਦੇ ਆ। ਔਰ ਨੈਕਸਟ ਸਟੈਪ ਹੈ ਇਨਸੈਮੀਨੇਸ਼ਨ। ਇਨਸੈਮੀਨੇਸ਼ਨ ਦਾ ਹੁੰਦਾ ਜੋ ਸਪਰਮ ਹੈ, ਸਪਰਮ ਦਾ ਯੂਟਰਸ ਤੱਕ ਪਹੁੰਚਣਾ, ਯੂਟਰਸ ਦੇ ਇਨਸਾਈਡ ਜਾਣਾ ਥਰੂ ਦੀ ਵੈਜੀਨਾ, ਤਾਂ ਉਸ ਚੀਜ਼ ਨੂੰ ਆਪਾਂ ਕਹਿ ਦਿੰਦੇ ਹਾਂ ਇਨਸੈਮੀਨੇਸ਼ਨ। ਸਪਰਮ ਦਾ ਵੈਜੀਨਾ ਦੇ ਥਰੂ ਯੂਟਰਸ ਤੱਕ ਪਹੁੰਚਣਾ, ਉਸ ਚੀਜ਼ ਨੂੰ ਕੀ ਕਹਿ ਦਿੰਦੇ ਆਪਾਂ, ਇਨਸੈਮੀਨੇਸ਼ਨ। ਔਰ ਥਰਡ ਆਪਣੇ ਕੋਲ ਫਰਟੀਲਾਈਜੇਸ਼ਨ। ਫਰਟੀਲਾਈਜੇਸ਼ਨ ਦੇ ਵਿੱਚ ਕਿਹੜੇ ਵਾਲੇ ਇਵੈਂਟ ਹੋਏਗਾ, ਐਗ ਐਂਡ ਸਪਰਮ ਜੋ ਹੋਏਗਾ, ਓਵਮ ਪਲੱਸ ਸਪਰਮ, ਦੋਨੋਂ ਦਾ ਜੋ ਕੰਬੀਨੇਸ਼ਨ ਹੋਏਗਾ ਜਾਂ ਦੋਨੋਂ ਦਾ ਮੇਲ, ਉਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਨੇ ਫਰਟੀਲਾਈਜੇਸ਼ਨ। ਉਹ ਹੁੰਦਾ ਕਿੱਥੇ, ਇਸਥਮਸ ਐਮਪਿਊਲਾ ਜੰਕਸ਼ਨ 'ਤੇ ਹੋਏਗੀ। ਫਲੋਪੀਅਨ ਟਿਊਬ ਜੋ ਆਪਾਂ ਕਰੀਏ, ਜੋ ਓਵੀਡਕਟ ਦੇ ਅੰਦਰ ਜੋ ਆਪਣੇ ਕੋਲ ਰੀਜਨ ਹੋਏਗਾ ਇਸਥਮਸ ਐਮਪਿਊਲਾ ਰੀਜਨ, ਉੱਥੇ ਕੀ ਹੋਏਗੀ, ਫਰਟੀਲਾਈਜੇਸ਼ਨ ਹੋਏਗੀ। ਨੈਕਸਟ ਹੈ ਇੰਪਲਾਂਟੇਸ਼ਨ। ਜਦੋਂ ਫਰਟੀਲਾਈਜੇਸ਼ਨ ਹੋ ਜਾਏਗੀ ਤਾਂ ਉਸ ਤੋਂ ਬਾਅਦ ਫਸਟ ਸੈੱਲ 'ਚੋਂ ਬਣਦਾ ਜ਼ਾਇਗੋਟ। ਜ਼ਾਇਗੋਟ ਕਿਹੜੇ ਵੱਲੋਂ ਹੁੰਦਾ ਗਾ, ਫਸਟ ਸੈੱਲ ਹੁੰਦਾ ਗਾ ਆਫਟਰ ਫਰਟੀਲਾਈਜੇਸ਼ਨ। ਜ਼ਾਇਗੋਟ ਤੋਂ ਬਾਅਦ ਵਿੱਚ ਮਾਈਟੋਸਿਸ ਹੋਏਗੀ। ਮਾਈਟੋਸਿਸ ਹੋ ਕੇ ਅੱਗੇ ਹੋਰ ਸੈੱਲ ਬਣਨਗੇ ਔਰ 8 to 16 ਸੈੱਲ ਜਿਹੜੇ ਹੋਣਗੇ, ਪਹਿਲਾਂ ਤਾਂ ਮੈਰੂਲਾ ਹੋ ਗਿਆ। ਜਦੋਂ ਜ਼ਾਇਗੋਟ ਤੋਂ ਮਾਈਟੋਸਿਸ ਹੋ ਕੇ 8 ਤੋਂ 16 ਸੈੱਲ ਵਾਲਾ ਜੋ ਹੋਏਗਾ ਐਮਬ੍ਰਿਓਨਿਕ ਡਿਵੈਲਪਮੈਂਟ ਦੇ ਵਿੱਚ ਜੋ ਸਟਰਕਚਰ ਹੋਏਗੀ ਮੈਰੂਲਾ, ਉਹ 16 ਤੋਂ ਜਾਂ 32 ਨੂੰ ਆਪਾਂ ਕਹਿੰਦੇ ਹਾਂ ਬਲਾਸਟੂਲਾ। ਜਦੋਂ ਬਲਾਸਟੂਲਾ ਹੋਏਗੇ, ਇਹ ਕਦੋਂ ਹੋਏਗੀ, ਆਹ ਦੇਖੋ ਫਰਟੀਲਾਈਜੇਸ਼ਨ ਜਦੋਂ ਹੋ ਗਈ ਉਸ ਤੋਂ ਬਾਅਦ ਵਿੱਚ ਅੱਗੇ ਕਿੱਦਾਂ ਹੋਏਗੀ, ਤਾਂ ਫੋਰਮ ਹੋਣਾ ਸ਼ੁਰੂ ਹੋ ਜਾਏਗਾ। ਅੱਗੇ ਮਾਈਟੋਸਿਸ ਹੋਣੀ ਸ਼ੁਰੂ ਹੋ ਜਾਏਗੀ ਔਰ ਯੂਟਰਸ ਦੇ ਜੋ ਐਂਡੋਮੈਟਰੀਅਮ ਤੱਕ ਪਹੁੰਚਦੇ ਤੱਕ ਜੋ ਜ਼ਾਇਗੋਟ ਹੈ ਉਹ 32 ਸੈਲਸ ਦਾ ਜਦੋਂ ਹੋ ਜਾਏਗਾ, ਜਦੋਂ ਉਹਦੀ ਇੰਪਲਾਂਟੇਸ਼ਨ ਹੋਏਗੀ, ਤਾਂ ਉਸ ਸਟੇਜ ਨੂੰ ਕਹਿੰਦੇ ਆਪਾਂ ਬਲਾਸਟੂਲਾ ਜਾਂ ਬਲਾਸਟੋਸਿਸਟ ਕਹਿੰਦੇ ਆ। ਜੋ ਇੰਪਲਾਂਟੇਸ਼ਨ ਹੁੰਦੀ ਹੈ ਉਹ ਬਲਾਸਟੋਸਿਸਟ ਦੇ ਓਰੀਜਨ 'ਚ ਜਾ ਹੋਏਗੀ। ਜੋ ਜ਼ਾਇਗੋਟ ਫੋਰਮ ਹੋਇਆ, ਜ਼ਾਇਗੋਟ ਤੋਂ ਅੱਗੇ ਬਲਾਸਟੂਲਾ ਸਟੇਜ ਜਿਹੜੀ ਹੋਏਗੀ, ਜਦੋਂ ਬਲਾਸਟੂਲਾ ਸਟੇਜ ਤੱਕ ਪਹੁੰਚ ਜਾਏਗਾ ਐਮਬ੍ਰਿਓਨਿਕ ਡਿਵੈਲਪਮੈਂਟ, ਤਾਂ ਉੱਥੇ ਜਾ ਉਸ ਕੇਸ ਵਿੱਚ ਕੀ ਹੋਏਗੀ, ਇੰਪਲਾਂਟੇਸ਼ਨ ਹੋਏਗੀ। ਜਦੋਂ ਜੋ ਆਪਾਂ ਫਰਟੀਲਾਈਜੇਸ਼ਨ ਤੋਂ ਬਾਅਦ ਵਿੱਚ ਬਲਾਸਟੂਲਾ ਬਣਿਆ ਉਹ ਓਵਰੀ ਦੇ ਅੰਦਰ ਇੰਪਲਾਂਟ ਹੋਏਗਾ, ਉਸ ਟਾਈਮ 32 ਸੈੱਲ ਦੀ ਸਟਰਕਚਰ ਹੋ ਚੁੱਕੀ ਹੋਏਗੀ ਐਮਬ੍ਰਿਓਨਿਕ ਡਿਵੈਲਪਮੈਂਟ
ਔਰ ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਬਲਾਸਟੂਲਾ। ਬਲਾਸਟੂਲਾ ਤੋਂ ਬਾਅਦ ਵਿੱਚ ਹੈ ਗੈਸਟੇਸ਼ਨ ਪੀਰੀਅਡ। ਗੈਸਟੇਸ਼ਨ ਪੀਰੀਅਡ ਕਿਹੜੇ ਵੱਲ ਹੁੰਦਾ, ਜਿੱਦਾਂ ਆਪਾਂ 9 ਮੰਥ ਕਹਿੰਦੇ ਹਾਂ ਹਿਊਮਨਸ ਦੇ ਵਿੱਚ, ਉਹ ਵਾਲੇ ਪੀਰੀਅਡ ਨੂੰ ਆਪਾਂ ਕੀ ਕਹਿੰਦੇ ਹਾਂ, ਐਮਬਰੀਓਨਿਕ ਡਿਵੈਲਪਮੈਂਟ ਦਾ ਜੋ ਪ੍ਰੋਪਰ ਫਸਟ ਡੇ ਤੋਂ ਲੈ ਕੇ ਬਾਕੀ ਦੇ ਜਿੰਨੇ ਡੇਜ਼ ਜੋ ਟਾਈਮ ਪੀਰੀਅਡ ਹੋਏਗਾ ਉਹਨੂੰ ਆਪਾਂ ਗੈਸਟੇਸ਼ਨ ਪੀਰੀਅਡ ਕਹਿੰਦੇ ਹਾਂ। ਨੈਕਸਟ ਹੈ ਆਪਣੇ ਕੋਲ, ਨੈਕਸਟ ਹੈ ਪਾਰਟਿਊਰੇਸ਼ਨ। ਪਾਰਟਿਊਰੇਸ਼ਨ ਹੈ ਜਾਂ ਆਪਾਂ ਕਹਿ ਦਿੱਤਾ ਬਰਥ ਹੋਣਾ। ਪਾਰਟਿਊਰੇਸ਼ਨ ਜਾਂ ਬਰਥ ਹੋਣਾ ਇਹ ਸਭ ਤੋਂ ਲਾਸਟ ਇਵੈਂਟ ਹੈ ਜਦੋਂ ਬੇਬੀ ਪੂਰੀ ਤਰ੍ਹਾਂ ਡਿਵੈਲਪ ਹੋ ਜਾਂਦਾ ਵੋਮ ਦੇ ਅੰਦਰ, ਔਰ ਉਸਦਾ ਯੂਟਰਸ ਦੇ ਥਰੂ ਉਸਦਾ ਬਰਥ ਹੋਣਾ, ਵਜੀਨਾ ਓਪਨਿੰਗ ਦੇ ਥਰੂ ਉਹਦਾ ਬਰਥ ਹੋਣਾ, ਉਸ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਪਾਰਟਿਊਰੇਸ਼ਨ ਕਹਿ ਦਿੰਦੇ ਹਾਂ ਜਾਂ ਫਿਰ ਬਰਥ ਕਹਿ ਦਿੰਦੇ ਹਾਂ। ਇਹ ਸਾਰੇ ਦੇ ਸਾਰੇ ਇਵੈਂਟ ਜੋ ਹੈ ਆਪਾਂ ਗਮੇਟੋਜੈਨਸਿਸ ਕਰ ਚੁੱਕੇ ਹਾਂ। ਓਕੇ, ਇਨਸੈਮੀਨੇਸ਼ਨ ਬਾਰੇ ਦੱਸਤਾ। ਫਰਟੀਲਾਈਜੇਸ਼ਨ ਅੰਪਿਊਲਾ ਇਸਥਮਸ ਓਰੀਜਨ 'ਤੇ ਹੋਏਗੀ। ਉਸ ਤੋਂ ਬਾਅਦ ਆਪਣੇ ਕੋਲ ਨੈਕਸਟ ਸਟੇਜ ਹੈ ਫਰਟੀਲਾਈਜੇਸ਼ਨ ਤੋਂ ਇੰਪਲਾਂਟੇਸ਼ਨ ਹੋਣਾ। ਇੰਪਲਾਂਟੇਸ਼ਨ ਕਦੋਂ ਹੋਏਗੀ, ਬਲਾਸਟੋਸਿਸਟ ਫੋਰਮ, ਬਲਾਸਟੋਸਿਸਟ ਜਦੋਂ ਬਲਾਸਟੋਸਿਸਟ ਹੋ ਜਾਏਗਾ ਤਾਂ ਉਸ ਕੇਸ ਦੇ ਵਿੱਚ ਕੀ ਹੋਏਗੀ, ਇੰਪਲਾਂਟੇਸ਼ਨ ਹੋਏਗੀ ਯੂਟਰਸ ਦੇ ਅੰਦਰ। ਨੈਕਸਟ ਹੈ ਗੈਸਟੇਸ਼ਨ ਪੀਰੀਅਡ 9 ਮੰਥ ਦਾ ਹੋਏਗਾ ਹਿਊਮਨਸ ਦੇ ਵਿੱਚ। ਇਹ ਡਿਫਰੈਂਟ ਔਰਗੈਨਿਜ਼ਮ ਦੇ ਵਿੱਚ ਡਿਫਰੈਂਟ ਟਾਈਮ ਡਿਊਰੇਸ਼ਨ ਹੋਏਗੀ ਜਾਂ ਡਿਊਰੇਸ਼ਨ ਹੋਏਗੀ ਗੈਸਟੇਸ਼ਨ ਦੀ। ਓਕੇ, ਇਸ ਤੋਂ ਬਾਅਦ ਆ ਸੈਕਿੰਡ ਪੁਆਇੰਟ, ਸੈਕਿੰਡ ਪੁਆਇੰਟ ਹੈ ਪਾਥ ਫੋਲੋਡ ਬਾਏ ਦ ਗਮੇਟ ਇਨ ਏ ਫੀਮੇਲ ਰੀਪਰੋਡਕਟਿਵ ਟਰੈਕ। ਫੀਮੇਲ ਰੀਪਰੋਡਕਟਿਵ ਟਰੈਕ ਦੇ ਵਿੱਚ ਜੋ ਗਮੇਟ ਹੈ ਉਹ ਕਿੱਦਾਂ ਹੋਏਗਾ, ਉਹ ਸਾਈਡ ਕਹਿ ਦਿੰਦੇ ਹਾਂ ਫੀਮੇਲ, ਔਰ ਸਪਰਮ ਜੋ ਹੈ ਇਹ ਮੇਲ ਤੋਂ। ਇੱਕ ਆਪਾਂ ਜਿਓਲੌਜੀਕਲੀ ਇੱਕ ਵਰਡ ਯੂਜ਼ ਕਰਦੇ ਹਾਂ ਫਿਜ਼ੀਕਲ ਮੈਟਿੰਗ ਨੂੰ, ਉਹਨੂੰ ਆਪਾਂ ਕੀ ਕਹਿ ਦਿਆਂਗੇ, ਕੋਇਟਸ ਕਹਿੰਦੇ ਹਾਂ। ਯਾਦ ਰੱਖਣਾ, ਕੋਇਟਸ। ਫਿਜ਼ੀਕਲ ਮੈਟਿੰਗ ਨੂੰ ਕੀ ਕਹਿਣਾ, ਕੋਇਟਸ। ਔਰ ਡਿਊਰਿੰਗ ਕੋਇਟਸ ਸੀਮਨ ਇਜ਼ ਰਿਲੀਜ਼ਡ ਫਰੋਮ ਦੀ ਮੇਲ ਰਿਪਰੋਡਕਟਿਵ ਟਰੈਕ ਬਾਏ ਦੀ ਪੈਨਿਸ ਇਨਟੂ ਦੀ ਫੀਮੇਲ ਰਿਪਰੋਡਕਟਿਵ ਟਰੈਕ। ਜੋ ਫੀਮੇਲ ਰਿਪਰੋਡਕਟਿਵ ਟਰੈਕ ਹੈਗਾ ਉਹ ਤੋਂ ਕੀ ਹੋਏਗਾ, ਪੈਨਿਸ ਦੇ ਥਰੂ ਜੋ ਸਪਰਮ ਹੋਏਗਾ ਉਹ ਇਜੈਕਟ ਹੋਏਗਾ ਔਰ ਜਾਏਗਾ ਕਿਤੇ ਫੀਮੇਲ ਰਿਪਰੋਡਕਟਿਵ ਟਰੈਕ ਤੱਕ। ਤਾਂ ਉਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਹਾਂ, ਥਰੂ ਦੀ ਵਜੀਨਾ ਜਾ ਰਿਹਾ, ਉਸ ਚੀਜ਼ ਨੂੰ ਕੀ ਕਹਿ ਦਿੰਦੇ ਹਾਂ, ਇਨਸੈਮੀਨੇਸ਼ਨ। ਸਪਰਮ ਦਾ ਯੂਟਰਸ ਤੱਕ ਪਹੁੰਚਣਾ ਥਰੂ ਦੀ ਵਜੀਨਾ, ਉਹਨੂੰ ਕੀ ਕਹਿੰਦੇ ਆਪਾਂ, ਇਨਸੈਮੀਨੇਸ਼ਨ। ਹੁਣ ਦੇਖੋ ਸਪਰਮ ਕਿੱਥੋਂ ਰਿਲੀਜ਼ ਹੋ ਰਿਹਾ ਆਪਣੇ ਕੋਲ, ਸਪਰਮ ਰਿਲੀਜ਼ਡ ਇਨ ਏ ਵਜੀਨਾ, ਔਰ ਉਹ ਸਾਈਡ ਕਿਹੜੀ ਸਾਈਡ ਤੋਂ ਆ ਰਿਹਾ, ਓਵਰੀ ਤੋਂ ਆਪਣੇ ਕੋਲ ਆ ਰਿਹਾ। ਔਰ ਓਵਰੀ ਤੋਂ ਫਿਮਰੇ, ਫਿਮਰੇ ਤੋਂ ਕਿੱਥੇ ਆ, ਇਨਫੈਂਡੀਬਿਊਲਮ, ਇਨਫੈਂਡੀਬਿਊਲਮ ਤੋਂ ਬਾਅਦ ਅੰਪਿਊਲਾ, ਅੰਪਿਊਲਾ ਤੱਕ ਪਹੁੰਚਿਆ। ਔਰ ਦੂਸਰੀ ਤਰਫ ਤੋਂ ਆਪਣੇ ਕੋਲ ਕੀ ਆ ਰਿਹਾ, ਸਪਰਮ ਸਰਵਿਕਸ, ਸਰਵਿਕਸ ਹੁੰਦਾ ਵਜੀਨਾ ਤੋਂ ਬਾਅਦ ਵਾਲੇ ਜੋ ਓਪਨਿੰਗ ਹੋਏਗੀ ਸਰਵਿਕਸ, ਸਰਵਿਕਸ ਤੋਂ ਬਾਅਦ ਵਿੱਚ ਕੀ ਹੋਏਗਾ, ਯੂਟਰਸ, ਯੂਟਰਸ ਤੱਕ ਪਹੁੰਚੇਗਾ। ਯੂਟਰਸ ਤੋਂ ਬਾਅਦ ਵਿੱਚ ਦੂਸਰੀ ਤਰਫ ਤੋਂ ਕੀ ਆ ਰਿਹਾ, ਇਨਫੈਂਡੀਬੁਲਮ ਤੋਂ ਅੱਗੇ ਅੰਪਿਊਲਾ ਰੀਜਨ ਤੱਕ ਕੌਣ ਪਹੁੰਚਿਆ, ਉਹ ਸਾਈਡ, ਔਰ ਦੂਸਰੀ ਤਰਫ ਤੋਂ ਕੀ ਆ ਗਿਆ, ਯੂਟਰਸ ਦੇ ਥਰੂ ਵਜੀਨਾ, ਸਰਵਿਕਸ, ਯੂਟਰਸ ਤੋਂ ਅੰਪਿਊਲਾ ਰੀਜਨ ਤੱਕ ਸਪਰਮ ਪਹੁੰਚੇਗਾ। ਔਰ ਅੰਪਿਊਲਾ ਰੀਜਨ 'ਤੇ ਜਾ ਕੇ ਕੀ ਹੋ ਜਾਏਗੀ, ਇੱਥੇ ਫਰਟੀਲਾਈਜੇਸ਼ਨ ਹੋਏਗੀ। ਫਰਟੀਲਾਈਜੇਸ਼ਨ ਕਿਹੜੇ ਵਾਲਾ ਪ੍ਰੋਸੈਸ ਹੈ, ਫਿਊਜ਼ਨ ਹੋਏਗੀ, ਕਿਹਦੇ ਵਾਲੀ ਹੋਏਗੀ, ਫਿਊਜ਼ਨ ਆਪਾਂ ਸਿੰਗੈਨਮੀ ਵੀ ਕਹਿ ਦਿੰਦੇ ਹਾਂ, ਫਰਟੀਲਾਈਜੇਸ਼ਨ ਵੀ ਕਹਿੰਦੇ ਹਾਂ, ਜਾਂ ਫਿਊਜ਼ਨ ਆਫ ਗਮੇਟ, ਤਿੰਨੋਂ ਚੀਜ਼ਾਂ ਸੇਮ ਆ, ਤਿੰਨੋਂ ਚੀਜ਼ਾਂ ਦਾ ਮੀਨਿੰਗ ਸੇਮ ਹੈ। ਫਿਊਜ਼ਨ ਹੋਣਾ, ਫਿਊਜ਼ਨ ਆਫ ਗਮੇਟ। ਸੈਕਿੰਡ ਇਜ਼ ਸਿੰਗੈਮੀ, ਸਿੰਗੈਮੀ ਵੀ ਆਪਾਂ ਯੂਜ਼ ਕਰਦੇ ਹਾਂ ਜਦੋਂ ਦੋ ਨਿਊਕਲੀਅਸ ਫਿਊਜ਼ ਹੁੰਦੇ ਆ। ਔਰ ਫਰਟੀਲਾਈਜੇਸ਼ਨ ਐਕਚੁਅਲੀ 'ਚ ਹੋ ਤਾਂ ਨਿਊਕਲੀਅਸ ਹੀ ਫਿਊਜ਼ ਰਹੇ ਨਾ। ਓਕੇ, ਔਰ ਸਪਰਮ ਵਿੱਚ ਕਿੰਨੇ ਹੈਗੇ, 23 ਕ੍ਰੋਮੋਸੋਮ, ਔਰ ਉਸ ਸਾਈਡ ਵਿੱਚ ਵੀ ਕਿੰਨੇ, 23। ਔਰ ਆਫਟਰ ਫਰਟੀਲਾਈਜੇਸ਼ਨ ਜੋ ਫਸਟ ਆਪਣੇ ਕੋਲ ਬਣੇਗਾ, ਫੋਰਮ ਹੋਏਗਾ, ਉਹਨੂੰ ਆਪਾਂ ਕਹਿੰਦੇ ਜ਼ਾਈਗੋਟ। 23 ਜ਼ਾਈਗੋਟ ਦੇ ਕਿੰਨੇ ਹੁੰਦੇ, ਕ੍ਰੋਮੋਸੋਮ ਨੰਬਰ 46 ਹੁੰਦੇ। ਔਰ ਫਸਟ ਸੈੱਲ ਜੋ ਹੋਏਗਾ ਆਫਟਰ ਫਰਟੀਲਾਈਜੇਸ਼ਨ ਉਹਨੂੰ ਆਪਾਂ ਜ਼ਾਈਗੋਟ ਕਹਿੰਦੇ ਹਾਂ। ਓਕੇ, ਔਰ ਆਪਣੇ ਕੋਲ ਸਪਰਮ ਜਿਹੜਾ ਹੈ, ਸਪਰਮ ਔਰ ਓਵਮ ਸਪੋਨਟੇਨਸਲੀ ਟਰਾਂਸਪੋਰਟ ਹੋਏਗਾ ਅੰਪਿਊਲਰ ਰੀਜਨ ਤੱਕ, ਉਦੋਂ ਹੀ ਕੀ ਹੋਏਗੀ, ਫਰਟੀਲਾਈਜੇਸ਼ਨ ਹੋ ਪਾਏਗੀ।
ਥਰਡ ਸਟੈਪ ਦੇ ਵਿੱਚ ਹੈ ਚੇਂਜ ਇਨ ਗਮੀਟਸ। ਚੇਂਜ ਇਨ ਗਮੀਟਸ ਡਿਊਰਿੰਗ ਫਰਟੀਲਾਈਜੇਸ਼ਨ। ਗਮੀਟਸ ਦੇ ਵਿੱਚ ਚੇਂਜ ਕੀ ਆਉਣਗੀਆਂ? ਆਲਰੇਡੀ ਡਿਸਕਸ ਆਪਾਂ ਲਾਸਟ ਕਲਾਸ ਵਿੱਚ ਕਰ ਚੁੱਕੇ ਹਾਂ। ਜੋ ਸੈਕੰਡਰੀ ਓਸਾਈਟ ਹੁੰਦਾ, ਸੈਕੰਡਰੀ ਓਸਾਈਟ ਮੈਟਾ ਸਟੇਜ ਦੇ ਵਿੱਚ ਜਾ ਕੇ ਕੀ ਹੋ ਜਾਂਦਾ ਹੈਗਾ, ਇਹ ਫਿਰ ਤੋਂ ਰੈਸਟ ਹੋ ਜਾਂਦਾ। ਮੈਟਾ ਸਟੇਜ ਜਦੋਂ ਜਾਂਦੀ ਆ, ਮੈਟਾ ਸਟੇਜ 'ਤੇ ਜਾ ਕੇ ਕੀ ਹੋ ਜਾਂਦਾ, ਇਹ ਰੈਸਟ ਹੋ ਜਾਂਦਾ। ਔਰ ਉਸ ਤੋਂ ਬਾਅਦ ਫਰਦਰ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਡਿਵੈਲਪਮੈਂਟ ਨਹੀਂ ਹੁੰਦੀ। ਮੈਟਾ ਸਟੇਜ ਤੋਂ ਬਾਅਦ ਜੋ ਸੈਕੰਡਰੀ ਓਸਾਈਟ ਹੋਏਗਾ, ਜਦੋਂ ਸਪਰਮ ਦੀ ਐਂਟਰੀ ਹੋਏਗੀ, ਸਪਰਮ ਦੀ ਐਂਟਰੀ ਤੋਂ ਬਾਅਦ ਵਿੱਚ ਇਸ ਦੇ ਵਿੱਚ ਬਾਕੀ ਦਾ ਪ੍ਰੋਸੈਸ ਸਟਾਰਟ ਹੋਏਗਾ। ਓਕੇ, ਮਿਓਸਿਸ 2 ਦੇ ਜਿਹੜੀ ਹੁੰਦੀ ਆਪਣੇ ਕੋਲ ਮਿਓਸਿਸ 2 ਦੀ ਮੈਟਾ ਸਟੇਜ 'ਤੇ ਜਾ ਕੇ ਕੀ ਹੋ ਜਾਏਗੀ, ਅਰੈਸਟ ਹੋ ਜਾਂਦਾ ਹੈਗਾ। ਮਿਓਸਿਸ 2 ਉਦੋਂ ਹੀ ਕੰਪਲੀਟ ਹੋਏਗੀ ਜਦੋਂ ਕੀ ਹੈ ਸਪਰਮ ਆਏਗਾ। ਅਗਰ ਸਪਰਮ ਨਹੀਂ ਆਇਆ ਤਾਂ ਜੋ ਸੈਕੰਡਰੀ ਓਸਾਈਟ ਹੈ ਉਹ ਕੀ ਹੋ ਜਾਏਗਾ, ਡੀਜਨਰੇਟ ਹੋ ਜਾਏਗਾ ਆਪਣੇ ਆਪ ਤੋਂ ਹੀ। ਔਰ ਓਸਾਈਟ ਸੈਕੰਡਰੀ ਜਦ ਐਂਟਰੀ ਹੋਏਗੀ ਸਪਰਮ ਦੀ ਐਂਟਰੀ ਨਾਲ ਕੀ ਹੋਏਗਾ, ਸੈਕੰਡਰੀ ਓਸਾਈਟ ਦੇ ਵਿੱਚ ਕੁਝ ਚੇਂਜਸ ਹੋਣਗੀਆਂ। ਕਿੱਦਾਂ ਹੋਏਗੀ? ਜਦੋਂ ਸਪਰਮ ਦੀ ਐਂਟਰੀ ਹੋਏਗੀ ਤਾਂ ਉਸ ਦੇ ਨਾਲ ਜੋ ਇਵੈਂਟਸ ਹੋ ਰਿਹਾ, ਦੇਖੋ ਤਾਂ ਸਪਰਮ ਐਂਟਰ ਹੋ ਰਿਹਾ। ਜਦੋਂ ਸਪਰਮ ਐਂਟਰ ਹੋਏਗਾ ਤਾਂ ਜਿਹੜੇ ਸੈੱਲ ਹੈਗੇ ਆ, ਦੇਖੋ ਸੈੱਲ ਆਫ ਕਰੋਨਾ ਰੇਡੀਏਟਾ। ਸਪਰਮ ਦੇ ਜੋ ਐਕਰੋਜ਼ੋਮ ਹੁੰਦਾ, ਐਕਰੋਜ਼ੋਮ ਦੇ ਵਿੱਚ ਆਪਾਂ ਆਲਰੇਡੀ ਕੀਤਾ ਹੋਇਆ ਕਿ ਜੋ ਆਪਣੇ ਕੋਲ ਕਰੋਨਾਲਾਈਜ਼ਨ, ਜੋਨਾਲਾਈਜ਼ਨ ਜਿਹੜੀ ਹੋ ਗਈ, ਜੋਨਾਲਾਈਜ਼ਨ ਵੀ ਹੁੰਦੀ। ਔਰ ਇੱਕ ਕਿਹੜੇ ਵਾਲੀ ਹੈਗੀ ਸੀ, ਕਰੋਨਾ ਪੈਨੇਟ੍ਰੇਟਿੰਗ ਐਂਜ਼ਾਈਮ। ਕਰੋਨਾ ਪੈਨੇਟ੍ਰੇਟਿੰਗ ਐਂਜ਼ਾਈਮ ਹੁੰਦਾ ਜੋ ਕੀ ਕਰਦਾ ਹੈਗਾ, ਜੋ ਇਸ ਦੀ ਕਰੋਨਾ ਬਾਹਰ ਵਾਲੀ ਲੇਅਰ ਹੈ ਉਸ ਨੂੰ ਕੀ ਕਰਦਾ ਹੈਗਾ, ਬਿਲਕੁਲ ਖ਼ਤਮ ਕਰ ਦੇਗਾ। ਔਰ ਈਜ਼ਲੀ ਕੀ ਹੋ ਜਾਏਗਾ, ਸਪਰਮ ਐਂਟਰ ਕਰ ਜਾਏਗਾ। ਜੋ ਸਪਰਮ ਦੀ ਐਂਟਰੀ ਹੋਏਗੀ, ਇੱਦਾਂ ਹੀ ਕਰੋਨਾ ਪੈਨੇਟ੍ਰੇਟਿੰਗ ਕੀ ਕਰੇਗਾ, ਕਰੋਨਾ ਲੇਅਰ ਨੂੰ ਖ਼ਤਮ ਕਰੇਗਾ ਜਾਂ ਉਸ ਨੂੰ ਡਾਈਜੈਸਟ ਕਰੇਗਾ, ਡਿਜ਼ੋਲਵ ਕਰ ਦੇਗਾ। ਔਰ ਜੋਨਾਲਾਈਜ਼ਨ ਹੈ, ਜੋਨਾਲਾਈਜ਼ਨ ਕੀ ਕਰੇਗਾ, ਪੈਲੂਸੀਡਾ ਜੋ ਹੈ ਲੇਅਰ ਉਸ ਨੂੰ ਡਾਈਜੈਸਟ ਕਰੇਗਾ। ਔਰ ਲਾਈਜ਼ੋਜ਼ਾਈਮ ਜੋ ਹੈ ਉਹ ਕੀ ਕਰੇਗਾ, ਲਾਈਜ਼ੋਜ਼ਾਈਮ ਜੋ ਐਗ ਦੀ ਖੁਦ ਦੀ ਮੈਂਬਰਨ ਹੈਗੀ ਹੈ, ਓਸਾਈਟ ਦੀ ਜੋ ਮੈਂਬਰਨ ਹੈਗੀ ਆ, ਓਸਾਈਟ ਦੀ ਮੈਂਬਰਨ ਆਫ ਓਸਾਈਟ, ਉਹਨੂੰ ਕੌਣ ਡਾਈਜੈਸਟ ਕਰੇਗਾ, ਲਾਈਜ਼ੋਜ਼ਾਈਮ। ਲਾਈਜ਼ੋਜ਼ਾਈਮ, ਕਰੋਨਾ ਪੈਨੇਟ੍ਰੇਟਿੰਗ ਅਤੇ ਜੋਨਾਲਾਈਜ਼ਨ, ਇਹ ਹਾਰਮੋਨ ਇੱਕ ਐਂਜ਼ਾਈਮ ਕਿਹਦੇ ਕੋਲ ਹੁੰਦੇ ਆ, ਸਪਰਮ ਦੇ ਜੋ ਐਕਰੋਜ਼ੋਮ ਹੁੰਦਾ, ਕੈਪ-ਲਾਈਕ ਜੋ ਸਟਰਕਚਰ ਹੁੰਦੀ ਹੈ ਐਕਰੋਜ਼ੋਮ, ਉਹਦੇ ਵਿੱਚ ਇਹ ਵਾਲੇ ਐਂਜ਼ਾਈਮ ਪ੍ਰੈਜੈਂਟ ਹੁੰਦੇ ਆ ਜੋ ਕੀ ਕਰਦੇ ਆ, ਸਪਰਮ ਦੇ ਓਵਮ ਤੱਕ ਐਂਟਰੀ ਕਰਾਉਂਦੇ ਆ, ਐਂਟਰੀ ਕਰਨ ਵਿੱਚ ਹੈਲਪ ਕਰਦੇ ਆ। ਔਰ ਜਦੋਂ ਸਪਰਮ ਕਿੱਥੇ ਪਹੁੰਚੇਗਾ, ਐਗ ਤੱਕ ਪਹੁੰਚੇਗਾ, ਤਾਂ ਐਗ ਦੇ ਵਿੱਚ ਸੈਕਿੰਡ ਜੋ ਮਿਓਸਿਸ ਸੈਕਿੰਡ ਜੋ ਮੈਟਾ ਸਟੇਜ 'ਤੇ ਅਰੈਸਟ ਹੋ ਗਈ ਸੀ, ਉਹ ਕੰਪਲੀਟ ਹੋਣੀ ਸ਼ੁਰੂ ਹੋ ਜਾਏਗੀ। ਕੰਪਲੀਟ ਹੋਏਗੀ, ਇੱਕ ਉਹਦੇ 'ਚ ਕੀ ਬਣੇਗਾ, ਸੈਕਿੰਡ ਪੋਲਰ ਬੋਡੀ। ਫਸਟ ਪੋਲਰ ਬੋਡੀ ਬਣੀ ਸੀ ਜਦੋਂ ਉਹ ਮਿਓਸਿਸ 1 ਵਿੱਚ ਪ੍ਰੋਫੇਸ 1 ਡਿਪਲੋਟੀਨ ਦੇ ਵਿੱਚ ਕੀ ਹੋ ਗਿਆ ਸੀ, ਅਰੈਸਟ ਹੋਇਆ ਸੀ। ਓਕੇ, ਔਰ ਜਦੋਂ ਪੁਬਰਟੀ ਹੁੰਦੀ ਹੈ, ਜੇ ਪੁਬਰਟੀ ਏਜ ਤੱਕ ਫੀਮੇਲ ਆਏਗੀ ਤਾਂ ਉਦੋਂ ਉਹਦੇ ਵਿੱਚ ਫਸਟ ਮਿਓਸਿਕ ਡਿਵੀਜ਼ਨ ਹੋ ਜਾਂਦੀ ਹੈ। ਔਰ ਉਹਦੇ ਨਾਲ ਕੀ ਹੁੰਦਾ ਸੀ, ਫਸਟ ਪੋਲਰ ਬੋਡੀ ਇੱਕ ਪੈਦਾ ਹੁੰਦੀ ਸੀਗੀ। ਪ੍ਰੋਫੇਸ 1 ਤੋਂ ਬਾਅਦ ਵਿੱਚ ਕੀ ਹੁੰਦਾ ਸੀਗਾ, ਪ੍ਰੋਫੇਸ 1 ਇੱਕ ਪੋਲਰ ਬੋਡੀ 1 ਪਲੱਸ ਨਾਲ ਸੈਕੰਡਰੀ ਓਸਾਈਟ ਹੋ ਜਾਂਦਾ ਸੀ। ਸੈਕੰਡਰੀ ਓਸਾਈਟ ਦੇ ਵਿੱਚ ਹੁਣ ਦੇਖੋ, ਫਸਟ ਪੋਲਰ ਦੇ ਕੋਲ ਕੀ ਹੁੰਦਾ ਸੀ, ਸਾਈਟੋਪਲਾਜ਼ਮ ਸਫੀਸ਼ੀਐਂਟ ਅਮਾਊਂਟ ਦੇ ਵਿੱਚ ਨਹੀਂ ਹੁੰਦਾ ਅਤੇ ਡੀਜਨਰੇਟ ਹੋ ਜਾਂਦਾ ਸੀ। ਸੈਕੰਡਰੀ ਓਸਾਈਟ ਅੱਗੇ ਕੀ ਕਰਦਾ ਸੀ, ਸੈਕੰਡਰੀ ਓਸਾਈਟ ਦੇ ਵਿੱਚ ਫਰਦਰ ਡਿਵੈਲਪਮੈਂਟ ਨਹੀਂ ਹੁੰਦੀ ਸੀ। ਔਰ ਸੈਕੰਡਰੀ ਓਸਾਈਟ ਕਿਹਦੀ ਵੇਟ ਕਰਦਾ, ਸਪਰਮ ਦੀ। ਸੈਕੰਡਰੀ ਓਸਾਈਟ ਦੇ ਵਿੱਚ ਤੱਕ ਜਦੋਂ ਸਪਰਮ ਪਹੁੰਚੇਗਾ ਤਾਂ ਉਸ ਤੋਂ ਬਾਅਦ ਨੈਕਸਟ ਵਾਲੀ ਪ੍ਰੋਸੈਸ ਸ਼ੁਰੂ ਹੋਏਗੀ। ਜੋ ਸਪਰਮ ਦੀ ਐਂਟਰੀ ਹੋਏਗੀ ਤਾਂ ਉਹਦੇ ਵਿੱਚ ਇੰਡਿਊਸ ਹੋ ਜਾਏਗੀ ਮਿਓਸਿਸ 2 ਸੈਕੰਡਰੀ ਓਸਾਈਟ। ਔਰ ਇਹਦੇ 'ਚ ਅਨਇਕੁਅਲ ਡਿਵੀਜ਼ਨ ਫਿਰ ਤੋਂ ਹੋ ਜਾਏਗੀ। ਸੈਕੰਡਰੀ ਓਸਾਈਟ ਦੋ ਚੀਜ਼ਾਂ ਦੇ ਵਿੱਚ ਟੁੱਟੇਗਾ, ਇੱਕ ਸੈਕਿੰਡ ਪੋਲਰ ਬੋਡੀ ਔਰ ਇੱਕ ਕਿਹਦੇ ਵਿੱਚ, ਓਵਮ ਜਾਂ ਓਟਿਡ ਕਹਿ ਦਿੰਦੇ ਹਾਂ। ਓਵਮ ਅਤੇ ਓਟਿਡ ਦਾ ਜਿਹੜਾ ਨਿਊਕਲੀਅਸ ਫਿਊਜ਼ ਕਰ ਜਾਏਗਾ ਸਪਰਮ ਨਾਲ ਤਾਂ ਜ਼ਾਇਗੋਟ ਬਣ ਜਾਏਗਾ, ਜ਼ਾਇਗੋਟ ਫੋਰਮ ਹੋ ਜਾਏਗਾ। ਔਰ ਇਹਦੇ ਕਰੈਕਟਰਿਸਟਿਕਸ ਹੈਗੀਆਂ ਅੱਗੇ,
ਜ਼ਾਇਗੋਟ ਬਣ ਗਿਆ, ਵਿਟਲ ਲਿੰਕ ਇੰਸ਼ੋਰ ਕੰਟੀਨਿਊਟੀ ਆਫ ਸਪੀਸੀਜ਼। ਦੇਖੋ ਜ਼ਾਇਗੋਟ ਹੋਏਗਾ ਤਾਂ ਜ਼ਾਇਗੋਟ ਨੈਕਸਟ ਸਪੀਸੀਜ਼ ਨੂੰ ਪ੍ਰੋਡਿਊਸ ਕਰ ਸਕਦਾ ਔਰ ਇੱਕ ਤਰ੍ਹਾਂ ਦਾ ਇੱਕ ਜਨਰੇਸ਼ਨ ਤੋਂ ਨੈਕਸਟ ਜਨਰੇਸ਼ਨ ਨੂੰ ਪ੍ਰੋਡਿਊਸ ਕਰਦਾ। ਐਂਡ ਸੈਕਸ ਆਫ ਏ ਚਾਈਲਡ ਡਿਸਾਈਡਡ ਐਟ ਦਿਸ ਸਟੇਜ। ਔਰ ਇਹ ਵੀ ਆਲਰੇਡੀ ਕੀ ਹੈ ਕਿ ਜੋ ਵੀ ਮੇਲ ਹੈ ਜਾਂ ਫੀਮੇਲ, ਉਹਦਾ ਵੀ ਜੋ ਆਪਾਂ ਕਹਿ ਸਕਦੇ ਹਾਂ ਜ਼ਾਇਗੋਟ ਤੋਂ ਪਤਾ ਲੱਗ ਸਕਦਾ। ਜਿਸ ਤਰ੍ਹਾਂ ਆਪਾਂ ਨੂੰ ਪਤਾ 23 ਜਿਹੜੇ ਹੈਗੇ ਪੇਅਰ ਹੁੰਦੇ ਆ ਫੀਮੇਲ ਦੇ ਵਿੱਚ, ਔਰ ਸਾਰੇ ਦੇ ਸਾਰੇ ਕਿਹੜੇ ਹੁੰਦੇ ਆ XX ਕ੍ਰੋਮੋਜ਼ੋਮ ਹੁੰਦੇ ਆ। ਔਰ ਮੇਲ ਦੇ ਵਿੱਚ ਕਿਹੜੇ ਵੇਲੇ ਹੁੰਦੇ ਆ 23 ਕਿਹੜੇ ਵਾਲੇ XX, ਐਂਡ ਲਾਸਟ ਵਾਲਾ ਜੋ ਹੁੰਦਾ ਉਹ ਕਿਹੜੇ ਵਾਲਾ ਹੁੰਦਾ XY ਹੁੰਦਾ 23rd ਵਾਲਾ। 22 ਤਾਂ ਆਹ ਵਾਲੇ ਹੋ ਗਏ। ਔਰ ਦੋ ਤਰ੍ਹਾਂ ਦੇ ਗਮੀਟ ਬਣ ਸਕਦੇ ਆ ਮੇਲ ਦੇ ਵਿੱਚ, ਦੋ ਤਰ੍ਹਾਂ ਦੇ ਗਮੀਟ ਹੁੰਦੇ ਆ। 50% ਕਿਹੜੇ ਵਾਲੇ ਹੈਗੇ ਆ X ਵਾਲੇ ਔਰ 50% ਕਿਹੜੇ ਵਾਲੇ ਆ Y ਵਾਲੇ। ਅਗਰ X ਕ੍ਰੋਮੋਜ਼ੋਮ ਜਾ ਕੇ ਔਰ ਫੀਮੇਲ ਦੇ ਵਿੱਚ ਕਿੱਦਾਂ ਹੁੰਦੇ ਆ, ਫੀਮੇਲ ਦੇ ਵਿੱਚ ਸਾਰੇ ਦੇ ਸਾਰੇ 100% ਕਿਹੜੇ ਵਾਲੇ ਹੋਣਗੇ X ਵਾਲੇ। ਹੁਣ ਦੇਖੋ ਅਗਰ 50% ਮੇਲ ਵਾਲਾ ਜਿਹੜਾ ਹੈ ਫਿਊਜ਼ ਹੁੰਦਾ ਮੇਲ ਵਾਲੇ ਦੇ ਨਾਲ, ਤਾਂ ਕਿਹੜੇ ਅੱਗੇ ਜ਼ਾਇਗੋਟ ਦੀ ਜੋ ਹੋਏਗੀ ਆਪਾਂ ਕੀ ਕਹਿ ਸਕਦੇ ਹਾਂ ਜ਼ਾਇਗੋਟ ਦੇ ਕੋਲ ਕ੍ਰੋਮੋਜ਼ੋਮ ਕਿਹੜੇ ਕਿਹੜੇ ਵਾਲੇ ਹੋ ਜਾਣਗੇ XX ਵਾਲੇ। ਤਾਂ ਇਹ ਕੀ ਹੋ ਜਾਏਗਾ ਆਪਣੇ ਕੋਲ, ਇਹ ਇੱਕ ਤਰ੍ਹਾਂ ਦੀ ਫੀਮੇਲ ਹੋਏਗੀ। ਨੈਕਸਟ ਜੋ ਅੱਗੇ ਆਰਗੇਨਿਜ਼ਮ ਪ੍ਰੋਡਿਊਸ ਹੋਏਗਾ ਤਾਂ ਉਹ ਕਿਹੜੇ ਵਾਲਾ ਹੋਏਗਾ ਫੀਮੇਲ ਹੋਏਗੀ। ਜਾਂ ਨਿਊ ਵਾਲਾ ਬੇਬੀ 'ਤੇ ਜੋ ਹੋਏਗਾ ਉਹਦੇ ਕ੍ਰੋਮੋਜ਼ੋਮ ਤੋਂ ਕੀ ਪਤਾ ਲੱਗੇਗਾ, ਉਸ ਦੇ ਕ੍ਰੋਮੋਜ਼ੋਮ ਤੋਂ ਆਪਾਂ ਨੂੰ ਡਿਟਰਮਿਨ ਹੋ ਜਾਏਗਾ ਕਿ ਉਹ ਫੀਮੇਲ ਹੈ। ਅਗਰ Y ਵਾਲਾ ਆ ਕੇ ਫਰਟੀਲਾਈਜ਼ ਕਰੇਗਾ ਐਗ ਨੂੰ ਤਾਂ ਫਿਰ ਕਿਹੜੇ ਵਾਲਾ ਹੋ ਜਾਏਗਾ XY ਟਾਈਪ ਦਾ ਜ਼ਾਇਗੋਟ ਫਾਰਮ ਹੋਏਗਾ। ਅਗਰ XY ਟਾਈਪ ਦਾ ਹੋਏਗਾ ਤਾਂ ਫਿਰ ਉਹ ਕੀ ਹੋਏਗਾ ਮੇਲ ਪ੍ਰੋਡਿਊਸ ਹੋਏਗਾ। ਤਾਂ ਦੇਖੋ ਹਰੇਕ ਮੇਲ ਜਾਂ ਫੀਮੇਲ ਦੀ ਜੋ ਹੈ ਡਿਟਰਮਿਨੇਟ ਉਹ ਕਿੱਥੋਂ ਆਪਾਂ ਨੂੰ ਮਿਲ ਰਹੀ ਹੈ, ਉਹ ਆਪਣੇ ਕੋਲੋਂ ਇੱਥੋਂ ਪਤਾ ਚੱਲੇਗਾ ਕਿ ਜੋ ਫਰਟੀਲਾਈਜੇਸ਼ਨ ਹੋਈ ਹੈ ਉਹ ਮੇਲ ਤੋਂ X ਵਾਲਾ ਕ੍ਰੋਮੋਜ਼ੋਮ ਆ ਕੇ ਫੀਮੇਲ ਦੇ ਓਮ ਨਾਲ ਫਿਊਜ਼ ਹੋਇਆ, ਜਾਂ Y ਵਾਲਾ ਕ੍ਰੋਮੋਜ਼ੋਮ ਵਾਲਾ ਸਪਰਮ ਫਿਊਜ਼ ਹੋਇਆ X ਕ੍ਰੋਮੋਜ਼ੋਮ ਦੇ ਨਾਲ। ਤਾਂ ਦੋਨੋਂ ਦੀ 50-50% ਜਿਹੜੀ ਹੈਗੀ ਆ ਪੋਸੀਬਿਲਿਟੀ ਹੈ ਜ਼ਾਇਗੋਟ ਫਾਰਮ ਹੋਣ ਦੀ। ਦੇਖੋ ਸੈਕਸ ਆਫ ਏ ਬੇਬੀ ਡਿਟਰਮਿਨ ਬਾਏ ਦੇ ਫਾਦਰ, ਕਿਉਂਕਿ ਫਾਦਰ ਕੋਲ ਹੀ ਹੈ। ਫਾਦਰ ਕੋਲ ਕੀ ਹੈ, ਦੋ ਤਰ੍ਹਾਂ ਦੇ ਆਪਣੇ ਕੋਲ ਗਮੀਟ ਫਾਰਮ ਹੁੰਦੇ, ਇੱਕ X ਟਾਈਪ ਵਾਲੇ, ਇੱਕ Y ਵਾਲੇ। ਅਗਰ Y ਵਾਲਾ ਫਿਊਜ਼ ਹੋਏਗਾ ਤਾਂ ਕੀ ਬਣ ਸਕਦਾ ਮੇਲ। Y ਵਾਲਾ ਫਿਊਜ਼ ਹੋ ਰਿਹਾ X ਨਾਲ, ਦੇਖੋ ਆਪਣੇ ਕੋਲ ਕੀ ਹੈ ਫੀਮੇਲ, ਫੀਮੇਲ ਕੋਲ ਕੀ ਹੈ XX, ਤਾਂ ਉਹਦੇ ਕੋਲ ਦੋ ਗਮੀਟ ਬਣੇ XX ਟਾਈਪ ਦੇ। ਮੇਲ ਕੋਲ ਕੀ ਹੈ XY ਟਾਈਪ ਦੇ ਕੀ ਬਣ ਰਹੇ ਗਮੀਟ ਬਣ ਰਹੇ। ਅਗਰ ਮੇਲ ਵਾਲਾ X ਦੇ ਨਾਲ ਕਰਦਾ ਫਿਊਜ਼ ਤਾਂ ਕਿਹੜੇ ਵਾਲਾ ਬਣ ਰਿਹਾ ਆਪਣੇ ਕੋਲੋਂ XX ਟਾਈਪ ਦਾ ਜ਼ਾਇਗੋਟ। ਅਗਰ X ਕਿਹਦੇ ਨਾਲ ਕਰ ਰਿਹਾ ਸੈਕਿੰਡ ਵਾਲੇ X ਨਾਲ ਕਰਦਾ ਤਾਂ ਫਿਰ ਵੀ ਕਿਹੜੇ ਵਾਲਾ ਆਪਣੇ ਕੋਲ ਬਣ ਰਿਹਾ XX ਟਾਈਪ ਦਾ ਜ਼ਾਇਗੋਟ। ਔਰ ਇਹ ਦੋਨੋਂ ਕਿਹਦੇ ਕੀ ਆਪਾਂ ਨੂੰ ਦੱਸਣਗੇ ਕਿ ਇਸ ਟਾਈਪ ਦੇ ਅਗਰ ਬਣ ਰਹੇ ਜ਼ਾਇਗੋਟ XX ਟਾਈਪ ਕ੍ਰੋਮੋਜ਼ੋਮ ਦੇ ਤਾਂ ਉਹ ਵਾਲਾ ਜੋ ਹੋਏਗਾ ਬੇਬੀ ਉਹ ਫੀਮੇਲ ਹੋਏਗਾ। ਅਗਰ Y ਵਾਲਾ ਫਿਊਜ਼ ਹੁੰਦਾ X ਕ੍ਰੋਮੋਜ਼ੋਮ ਦੇ ਨਾਲ ਤਾਂ XY ਹੋ ਗਿਆ। ਅਗਰ ਸੈਕਿੰਡ ਜੋ ਆਪਣੇ ਕੋਲ X ਕ੍ਰੋਮੋਜ਼ੋਮ ਹੈ ਤਾਂ ਉਹਦੇ ਨਾਲ ਅਗਰ ਫਿਊਜ਼ ਹੁੰਦਾ Y ਵਾਲਾ ਤਾਂ ਫਿਰ ਉੱਥੋਂ ਵੀ ਆਪਣੇ ਕੋਲ ਜੋ ਮਿਲੇਗਾ ਜ਼ਾਇਗੋਟ XY ਟਾਈਪ ਦੇ ਕ੍ਰੋਮੋਜ਼ੋਮ ਵਾਲਾ ਹੋਏਗਾ। ਔਰ ਇੱਦਾਂ ਦੇ ਜਿਹੜੇ ਹੋਣਗੇ ਜ਼ਾਇਗੋਟ ਜਿਹਦੇ 'ਚ XY ਟਾਈਪ ਦੇ ਕ੍ਰੋਮੋਜ਼ੋਮ ਹੋਣਗੇ ਤਾਂ ਉਹ ਆਪਣੇ ਕੋਲ ਜੋ ਹੋਏਗਾ ਬੇਬੀ ਉਹ ਮੇਲ ਪ੍ਰੋਡਿਊਸ ਹੋਏਗਾ। ਓਕੇ। ਨੈਕਸਟ ਹੈ ਆਪਣੇ ਜ਼ਾਇਗੋਟ। ਜ਼ਾਇਗੋਟ ਕੀ ਹੈਗਾ, ਸਭ ਤੋਂ ਪਹਿਲੀ ਸਟੇਜ ਜੋ ਹੋਏਗੀ ਆਫਟਰ ਫਰਟੀਲਾਈਜੇਸ਼ਨ ਸਿੰਗਲ ਸੈੱਲ ਜਦੋਂ ਹੋਏਗਾ ਉਹ ਕਿਹੜਾ ਹੁੰਦਾ ਜ਼ਾਇਗੋਟ ਹੁੰਦਾ। ਉਸ ਤੋਂ ਬਾਅਦ ਜੋ ਅੱਗੇ ਵਾਲੀ ਸਟੇਜ ਹੋਏਗੀ ਡਿਵੈਲਪਮੈਂਟ ਹੋਏਗੀ ਐਂਬਰੀਓ ਦੇ ਵਿੱਚ, ਉਸ ਨੂੰ ਆਪਾਂ ਕਹਿੰਦੇ ਹਾਂ ਐਂਬਰੀਓਜੈਨਸਿਸ। ਔਰ ਐਂਬਰੀਓਜੈਨਸਿਸ ਕਿੱਦਾਂ ਹੋਏਗੀ ਜ਼ਾਇਗੋਟ ਤੋਂ ਬਾਅਦ ਵਿੱਚ ਕੀ ਹੋਏਗੀ ਸੈੱਲ ਡਿਵੀਜ਼ਨ ਹੁੰਦੀ ਜਾਏਗੀ ਔਰ ਨੰਬਰ ਆਫ ਸੈੱਲ ਜਿਹੜੇ ਹੈਗੇ ਵੱਧਦੇ ਜਾਣਗੇ ਔਰ ਹਰੇਕ ਸੈੱਲ ਦੀ ਡਿਫਰੈਂਸ਼ੀਏਸ਼ਨ ਹੁੰਦੀ ਜਾਏਗੀ। ਡਿਫਰੈਂਸ਼ੀਏਸ਼ਨ ਮਤਲਬ ਹੈ ਕਿ ਕਿਹੜੇ ਵਾਲੇ ਸੈੱਲ ਨੇ ਕੀ ਬਣਨਾ। ਡਿਫਰੈਂਸ਼ੀਏਸ਼ਨ ਕੀ ਹੁੰਦਾ from different types
डिफरेंशिएशन ਦੇ ਵਿੱਚ ਹੋਏਗਾ ਸੈੱਲ ਜੋ ਹੈਗੇ ਆ ਫਾਰਮਸ ਡਿਫਰੈਂਟ ਟਾਈਪਸ ਆਫ ਟਿਸ਼ੂਜ਼ ਦੀ ਡਿਫਰੈਂਟ ਟਾਈਪਸ ਅੱਗੇ ਫਾਰਮ ਕਰਦਾ ਜਾਏਗਾ। ਔਰ ਜਿੱਦਾਂ ਹਾਰਟ ਦੇ ਕੁਝ ਸੈੱਲ ਕੀ ਹੋਣਗੇ, ਹਾਰਟ ਫਾਰਮ ਕਰ ਦਿੱਤਾ ਤਾਂ ਉਹਨਾਂ ਦੇ ਸਮਝੋ ਡਿਫਰੈਂਸ਼ੀਏਸ਼ਨ ਹੋ ਗਈ। ਹੁਣ ਹਾਰਟ ਵਾਲਾ ਸੈੱਲ ਜਿਹੜਾ ਹੈ ਉਹ ਕਿਸੇ ਹੋਰ ਕੰਮ ਲਈ ਨਹੀਂ ਜਾਏਗਾ। ਇੱਦਾਂ ਜੋ ਡਿਫਰੈਂਟ ਟਾਈਪਸ ਦੇ ਜੋ ਸੈੱਲ ਹੋਣਗੇ ਉਹ ਡਿਫਰੈਂਟ ਟਾਈਪਸ ਦੇ ਉਹਨਾਂ ਦੇ ਅੱਗੇ ਮੈਚੂਰੇਸ਼ਨ ਤੋਂ ਬਾਅਦ ਵਿੱਚ ਉਹਨਾਂ ਦੇ ਵਰਕਿੰਗ ਹੋ ਜਾਏਗੀ। ਔਰ ਡਿਫਰੈਂਟ ਟਾਈਪ ਦੇ ਸੈੱਲ ਜਿਹੜੇ ਹੈਗੇ ਡਿਫਰੈਂਟ ਟਾਈਪ ਦਾ ਸਿਸਟਮ ਫਾਰਮ ਕਰਨਗੇ ਤਾਂ ਉਸ ਚੀਜ਼ ਨੂੰ ਕੀ ਕਹਿ ਦਿੰਦੇ ਆਪਾਂ, ਡਿਫਰੈਂਸ਼ੀਏਸ਼ਨ ਹੋ ਗਈ। ਸੈੱਲ ਦੇ ਡਿਫਰੈਂਟ ਟਾਈਪ ਦੇ ਸਿਸਟਮ ਦੇ ਨਾਲ ਇਨਵੋਲਵ ਹੋਣਾ ਆਪਾਂ ਕੀ ਕਹਿ ਦਿੰਦੇ ਹਾਂ, ਡਿਫਰੈਂਸ਼ੀਏਸ਼ਨ। ਕਿ ਕਿਹੜੇ ਵਾਲੇ ਸੈੱਲ ਕਿਹੜੇ ਵਾਲਾ ਕੰਮ ਕਰਨਗੇ ਤਾਂ ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਡਿਫਰੈਂਸ਼ੀਏਸ਼ਨ। ਓਕੇ, ਨੈਕਸਟ ਹੈ ਕਲੀਵੇਜ। ਸਟਾਰਟ ਹੋ ਜਾਏਗੀ ਜ਼ਾਇਗੋਟ ਤੋਂ। ਔਰ ਜਿਹੜੇ ਆਪਾਂ ਗੱਲ ਕੀਤੀ ਹੈ ਕਲੀਵੇਜ, ਬਲਾਸਟੋਮੀਅਰ ਫਾਰਮ ਹੁੰਦੇ। ਬਲਾਸਟੋਮੀਅਰ ਤੋਂ ਬਾਅਦ ਵਿੱਚ ਅੱਗੇ ਡਾਟਰ ਫਾਰਮ ਆਫਟਰ ਕਲੀਵੇਜ ਆਰ ਕਾਲਡ ਕੀ ਕਹਿੰਦੇ ਆਪਾਂ, ਬਲਾਸਟੋਮੀਅਰ। ਦੇਖੋ ਜ਼ਾਇਗੋਟ ਤੋਂ ਬਾਅਦ ਜੋ ਸੈੱਲ ਦੋ ਬਣੇ ਆ, 2 ਸੈਲਡ ਕੰਡੀਸ਼ਨ, ਫਿਰ ਕਿਹੜੀ ਵਾਲੀ ਹੋ ਗਈ, 4 ਸੈਲਡ ਕੰਡੀਸ਼ਨ। 8 ਤੋਂ 16 ਸੈੱਲ ਵਾਲੇ ਪੁੱਛ ਲੈਂਦੇ ਆ ਮਰੂਲਾ। ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਮਰੂਲਾ ਜਿਹੜੀ ਹੈਗੀ ਹੈ ਕਿੰਨੇ ਸੈਲਡ ਕੰਡੀਸ਼ਨ ਹੁੰਦੀ ਹੈ। 16 ਵੀ ਕਹਿ ਸਕਦੇ ਹਾਂ, ਅਗਰ 16 ਹੋਏ 16 ਕਹਿ ਦੇਣਾ, 8 ਹੋਏ 8 ਕਹਿ ਦੇਣਾ, ਬਿਕੋਜ਼ 8 ਤੋਂ 16 ਸੈੱਲ ਕੰਡੀਸ਼ਨ ਜਿਹੜੀ ਹੁੰਦੀ ਹੈ ਮੈਰੂਲਾ ਦੀ ਹੁੰਦੀ ਹੈ। ਮੈਰੂਲਾ ਆਪਾਂ ਕਿਹੜੀ ਸਟੇਜ ਨੂੰ ਕਹਿੰਦੇ ਹਾਂ, ਜਦੋਂ ਆਪਣੇ ਕੋਲੋਂ ਜੋ ਬਲਾਸਟੋਮੀਅਰ ਜਿਹੜਾ ਹੋਏਗਾ ਕਿੰਨੇ ਸੈਲਡ ਹੋ ਜੇ, 8 ਤੋਂ 16 ਵਾਲਾ ਹੋਏ ਤਾਂ ਆਪਾਂ ਕੀ ਕਹਿ ਦਿੰਦੇ ਹਾਂ, ਮੈਰੂਲਾ। ਅਗਰ ਬਲਾਸਟੋਮੀਅਰ ਕਿੰਨਾ ਹੋ ਜੇ ਆਪਣੇ ਕੋਲ 16 ਤੋਂ 32 ਤਾਂ ਉਸ ਚੀਜ਼ ਨੂੰ ਕਹਿੰਦੇ ਬਲਾਸਟੂਲਾ। ਅਗਰ ਇਹ ਵਾਲਾ ਹੋ ਜੇ ਤਾਂ ਕੀ ਕਹਿ ਦਿੰਦੇ ਹਾਂ, ਬਲਾਸਟੂਲਾ। ਔਰ 64 ਸੈੱਲ ਹੋਏ ਤਾਂ ਫਿਰ ਉਸ ਨੂੰ ਗਲੈਸਟੂਲਾ ਕਹਿੰਦੇ। 64 ਵਾਲੇ ਹੋ ਜੇ ਤਾਂ ਕੀ ਕਹਿ ਦਿੰਦੇ ਆ, ਗਲੈਸਟੂਲਾ ਸਟੇਜ। ਗੈਸਟਰੂਲਾ। ਗੈਸਟਰੂਲਾ ਸਟੇਜ क्वेश्चन आ सकता। अगर 16 सैल होए तो मैरूला, 32 होए तो ब्लास्टूला और 64 होए तो ग्लैस्टूला। और ਮਰੂਲਾ तो ਜਦੋਂ ਇੰਪਲਾਂਟੇਸ਼ਨ ਹੋਣੀ ਹੈ ਬਲਾਸਟੂਲਾ ਸਟੇਜ ਦੇ ਵਿੱਚ ਹੋਏਗੀ। ਇਸ ਦੇ ਵਿੱਚ ਦੋ ਤਰ੍ਹਾਂ ਦੇ ਆਪਣੇ ਕੋਲ ਕੰਡੀਸ਼ਨਸ, ਬਲਾਸਟੂਲਾ ਹੋਏਗਾ ਤਾਂ ਇੱਥੇ ਆਪਣੇ ਕੋਲ ਕੀ ਹੋਏਗਾ, ਦੋ ਤਰ੍ਹਾਂ ਦੇ ਲੇਅਰਸ ਹੋਣਗੀਆਂ। ਜੋ ਬਲਾਸਟੂਲਾ ਹੈਗਾ ਇੱਕ ਕਿਹੜੇ ਵਾਲਾ ਹੋਏਗਾ, ਬਾਹਰ ਵਾਲਾ ਹੋ ਗਿਆ। ਬਾਹਰ ਵਾਲੀ ਲੇਅਰ ਜਿਹੜੀ ਹੋਏਗੀ ਉਹਨੂੰ ਆਪਾਂ ਕਹਿੰਦੇ ਹਾਂ ਟ੍ਰੋਫੋਬਲਾਸਟ। ਔਰ ਇਨਰ ਵਾਲਾ ਜਿਹੜਾ ਹੋਏਗਾ ਸਾਰਾ ਬਾਕੀ ਦਾ ਇਹਨੂੰ ਕੀ ਕਹਿੰਦੇ ਆ, ਇਨਰ ਮਾਸ ਕਹਿੰਦੇ ਆਪਾਂ। ਕੀ ਕਹਿ ਦਿਆਂਗੇ, इनर मास। और जो ट्रोफोब्लास्ट है, ट्रोफोब्लास्ट की करेगी, ये अटैच होएगी एंडोमैट्रियम के नाल। एंडोमैट्रियम के नाल जिहदी अटैचमेंट होएगी वो ट्रोफोब्लास्ट करेगा। और इनर मास अगे की हो जाएगा, डिफरेंशिएट हो जाएगा। इनर मास तो की बनेगा अपने को, जो इनर मास है, इनर मास तो 3 जर्म लेयर बन जाएंगे। 3 जर्म लेयर किहड़ी वाली हैगी अपने को, एक्टो डर्मिस, mesodermis and one more is ecto, meso and endodermis। ये तीन जो जर्म लेयर हैगियां ये फॉर्म होणगियां और ये तीनों जर्म लेयर जिहड़ियां हैगियां डिफरेंट टाइप के ऑर्गन सिस्टम नूं डिवेलप करनगियां बॉडी दे अंदर। तीनों तो तीनों डिफरेंट टाइप के ऑर्गन सिस्टम नूं डिवेलप करनियां। ये तीनों लेयर तो ही अपने बॉडी के सारे ऑर्गनस जो है डिवेलप होणगे। और ये तीनों तो तीनों जो लेयर होणगियां तो वो वाली स्टेज नूं आपां की कह दिंदे आ, ग्लैस्टूला स्टेज। ग्लैस्टूला स्टेज की जो करैक्टरिस्टिक्स हैगियां वो करैक्टरिस्टिक्स इतों ही पता चलती हैं। जदों तीनों लेयर्स की हो जाएगियां, अपीयर हो जाएगियां तो वो वाली स्टेज किहड़ी वाली होंदी है, गैस्ट्रूला स्टेज होएगी। ब्लास्टूला स्टेज किहड़ी वाली होएगी, जदों अपने कोलों आह वाली स्टेज होएगी। अपर वाली किहड़ी वाली हैगी अपने कोल, ट्रोपोब्लास्ट। और इनर मास जो होएगा वो किहड़े वाला होएगा,
ਇਨਰ ਮਾਸ ਤੋਂ ਅੱਗੇ ਆਪਣੇ ਕੋਲ 3 ਜਰਮ ਲੇਅਰ ਆਉਣਗੀਆਂ। ਤੇ ਜਦੋਂ ਇਸ ਕੰਡੀਸ਼ਨ ਦੇ ਵਿੱਚ ਟ੍ਰੋਪੋਪਲਾਸਟ ਐਂਡ ਇਨਰ ਮਾਸ ਹੋਏਗਾ ਤਾਂ ਉਹ ਵਾਲੀ ਕੰਡੀਸ਼ਨ ਨੂੰ ਆਪਾਂ ਕਹਿੰਦੇ ਆ ਬਲਾਸਟੂਲਾ ਸਟੇਜ। ਦੇਖੋ ਆਪਣੇ ਕੋਲ ਪਿਆ ਹੋਇਆ ਟ੍ਰੋਪੋਪਲਾਸਟ ਜੋ ਆਊਟਰਮੋਸਟ ਲੇਅਰ ਦੇ ਰੱਖਿਆ ਕਿਹੜੇ ਵਾਲੀ ਹੈ ਟ੍ਰੋਪੋਪਲਾਸਟ, ਔਰ ਆਊਟਰਮੋਸਟ ਲੇਅਰ ਹੈ ਜਿਹਨੇ ਐਂਡੋਮੈਟਰੀਅਮ ਦੇ ਨਾਲ ਕੀ ਹੋਣਾ ਅਟੈਚ ਹੋਣਾ। ਆਊਟਰ ਲੇਅਰ ਆਫ ਏ ਬਲਾਸਟੋਮੀਅਰ, ਆ ਸਾਰੇ ਬਲਾਸਟੋਮੀਅਰ ਹੈ, ਕੁਝ ਅੰਦਰ ਵਾਲੇ ਹੋਣਗੇ। ਜਿਹੜੇ ਅੰਦਰ ਵਾਲੇ ਹੋਣਗੇ ਬਲਾਸਟੋਮੀਅਰ ਇਨਰ ਗਰੁੱਪ ਆਫ ਸੈੱਲ ਅਟੈਚ ਟੂ ਟ੍ਰੋਪੋਪਲਾਸਟ, ਜੋ ਟ੍ਰੋਪੋਪਲਾਸਟ ਜਿਹੜੀ ਹੈਗੀ ਹੈ ਉਹਦੇ ਅੰਦਰ ਵਾਲੀ ਸਾਈਡ ਜਿਹੜੇ ਹੋਣਗੇ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਉਹ ਵਾਲੇ ਹੋਏਗਾ ਆਪਣੇ ਕੋਲੋਂ ਇਨਰ ਮਾਸ। ਔਰ ਇਨਰ ਮਾਸ ਨੇ ਅੱਗੇ 3 ਜਰਮ ਲੇਅਰ ਫੋਰਮ ਕਰਨੀਆਂ, ਕਿਹੜੀ ਵਾਲੀਆਂ ਹੈਗੀਆਂ ਆਪਣੇ ਕੋਲ 3 ਜਰਮ ਲੇਅਰ, ਐਕਟੋਡਰਮਿਸ, ਮੀਜ਼ੋਡਰਮਿਸ ਐਂਡ ਐਂਡੋਡਰਮਿਸ। ਐਕਟੋ, ਮੀਜ਼ੋ ਅਤੇ ਐਂਡੋਡਰਮ, ਉਹ ਤਿੰਨੋਂ ਲੇਅਰ ਜਿਹੜੀਆਂ ਹੈਗੀਆਂ ਇਹਨਾਂ ਤਿੰਨੋਂ ਲੇਅਰ ਨੇ ਡਿਫਰੈਂਟ ਟਾਈਪ ਦੇ ਔਰਗਨ ਨੂੰ ਪ੍ਰੋਡਿਊਸ ਕਰਨਾ। ਨੈਕਸਟ ਹੈ ਜੋ ਆਪਣੇ ਕੋਲ ਜਰਮ ਲੇਅਰ। ਔਰ ਜਦੋਂ ਯੂਟਰਨ ਦੇ ਨਾਲ ਆਹ ਵਾਲੇ ਟ੍ਰੋਪੋਬਲਾਸਟ ਵਾਲੀ ਜਿਹੜੀ ਆਪਾਂ ਗੱਲ ਕੀਤੀ ਹੈ ਬਲਾਸਟੂਲਾ ਸਟੇਜ ਨੇ, ਜੋ ਬਲਾਸਟੂਲਾ ਸਟੇਜ ਹੋਏਗੀ ਇਹ ਜਦੋਂ ਯੂਟਰਾਈਨ ਦੇ ਸੈੱਲ ਦੇ ਨਾਲ ਜਾ ਕੇ ਕੀ ਹੋ ਜਾਏਗੀ ਅਟੈਚ ਹੋ ਜਾਏਗੀ, ਔਰ ਉਸ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਇੰਪਲਾਂਟੇਸ਼ਨ ਹੋਊਗੀ। ਜਦੋਂ ਬਲਾਸਟੋਸਿਸਟ ਦੀ ਫਾਰਮ ਦੇ ਵਿੱਚ, ਬਲਾਸਟੋਸਿਸਟ ਕਦੋਂ ਹੋਏਗਾ ਜਦੋਂ ਟ੍ਰੋਪੋਪਲਾਸਟ ਹੋਏਗੀ ਆਊਟਰਮੋਸਟ ਲੇਅਰ, ਇਨਰ ਮਾਸ ਜੋ ਹੋਏਗਾ, ਇਹ ਦੋਨੋਂ ਕਰੈਕਟਰਿਸਟਿਕਸ ਜਿਹੜੀਆਂ ਹੋਣਗੀਆਂ ਟ੍ਰੋਪੋਪਲਾਸਟ ਇਨਰ ਮਾਸ ਕਦੋਂ ਆਪਾਂ ਨੂੰ ਦੇਖਣ ਨੂੰ ਮਿਲੇਗਾ ਬਲਾਸਟੋਸਿਸਟ ਦੇ ਵਿੱਚ। ਔਰ ਬਲਾਸਟੋਸਿਸਟ ਜੋ ਹੋਏਗਾ ਉਹ ਹੀ ਇੰਪਲਾਂਟ ਹੁੰਦਾ ਯੂਟਰਸ ਦੇ ਅੰਦਰ। ਇਹ ਦੋ ਕਰੈਕਟਰਿਸਟਿਕਸ ਹੈਗੀਆਂ, ਟ੍ਰੋਪੋਪਲਾਸਟ ਹੈ ਇਨਰ ਮਾਸ ਕਿਹਦੀ ਕਰੈਕਟਰਿਸਟਿਕਸ ਹੈ ਬਲਾਸਟੋਸਿਸਟ ਦੀ। ਔਰ ਇਸ ਕੰਡੀਸ਼ਨ ਵਿੱਚ ਆ ਕੇ ਕੀ ਹੋਏਗਾ ਯੂਟਰਸ ਦੇ ਨਾਲ ਹੋ ਕੇ ਯੂਟਰਸ ਦੇ ਨਾਲ ਅਟੈਚ ਹੋਏਗਾ। ਯੂਟਰਸ ਦੀ ਕਿਹੜੀ ਵਾਲੀ ਲੇਅਰ ਹੋਏਗੀ ਐਂਡੋਮੈਟਰੀਅਮ, ਐਂਡੋਮੈਟਰੀਅਮ ਦੇ ਨਾਲ ਬਲਾਸਟੋਸਿਸਟ ਅਟੈਚ ਹੋਏਗਾ ਤਾਂ ਉਸ ਚੀਜ਼ ਨੂੰ ਕੀ ਕਹਿੰਦੇ ਆ ਇੰਪਲਾਂਟੇਸ਼ਨ। ਜਦੋਂ ਇੰਪਲਾਂਟੇਸ਼ਨ ਹੋ ਜਾਏਗੀ ਤਾਂ ਉਸ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਆ ਪ੍ਰੈਗਨੈਂਸੀ ਹੋ। ਔਰ ਜੋ ਇਨਰ ਮਾਸ ਸੈੱਲ ਹੈ, ਇੱਕ ਚੀਜ਼ ਹੋਰ, ਇਨਰ ਮਾਸ ਸੈੱਲ ਕੋਲ ਕੀ ਹੁੰਦੀ ਆ, ਇਹਦੇ ਕੋਲ ਪੋਟੈਂਸੀ ਹੁੰਦੀ ਹੈ। ਪੋਟੈਂਸੀ ਨੂੰ ਆਪਾਂ ਕੀ ਕਹਿੰਦੇ, ਪੋਟੈਂਸੀ ਹੁੰਦੀ ਹੈ ਦ ਸੈੱਲ ਹੈਵਿੰਗ ਅਬਿਲਿਟੀ ਟੂ ਡਿਵਾਈਡ। ਪੋਟੈਂਸੀ ਉਹ ਹੁੰਦੀ ਹੈ ਉਹ ਜਿਹੇ ਸੈੱਲ ਜਿਨ੍ਹਾਂ ਕੋਲ ਅਬਿਲਿਟੀ ਹੁੰਦੀ ਹੈ ਡਿਵਾਈਡ ਹੋਣ ਦੀ, ਤਾਂ ਉਸ ਵਾਲੇ ਨੂੰ ਆਪਾਂ ਕੀ ਕਹਿੰਦੇ ਹਾਂ stem cell ਵੀ ਕਹਿ ਦਿੰਦੇ ਹਾਂ। the inner mass cell contain a certain cell called stem cell which have a potency to give rise to all the tissues and organ। ਇਹਨਾਂ ਕੋਲ ਡਿਵਾਈਡ ਹੋਣ ਦੀ ਕੈਪੇਬਿਲਿਟੀ ਹੈ ਔਰ ਡਿਵਾਈਡ ਹੋ ਕੇ ਇਹ ਡਿਫਰੈਂਟ ਟਾਈਪ ਦੇ ਔਰਗਨ ਸਿਸਟਮ ਨੂੰ ਡਿਵੈਲਪ ਕਰ ਸਕਦੇ ਆ। ਸਟੈਮ ਸੈੱਲ ਜੋ ਹੋਣਗੇ ਇਨਰ ਮਾਸ ਕਿਹੜੇ ਵਾਲੇ ਹੈਗੇ ਉਹਨਾਂ ਕੋਲ ਸਟੈਮ ਸੈੱਲ ਹੈ ਜਿਨ੍ਹਾਂ ਕੋਲ ਪੋਟੈਂਸੀ ਮਤਲਬ ਕੀ ਹੈ ਅਬਿਲਿਟੀ ਹੈਗੀ ਡਿਵਾਈਡ ਹੋਣ ਦੀ, ਔਰ ਡਿਵਾਈਡ ਹੋ ਕੇ ਡਿਫਰੈਂਟ ਟਾਈਪ ਦੇ ਔਰਗਨ ਸਿਸਟਮ ਨੂੰ ਪ੍ਰੋਡਿਊਸ ਕਰਨਗੇ। ਇਹ ਸੀ ਹੁਣ ਤੱਕ ਦੀ ਕਹਾਣੀ। ਨੈਕਸਟ ਆਪਣੇ ਕੋਲ ਚੇਂਜ ਆਫਟਰ ਇੰਪਲਾਂਟੇਸ਼ਨ ਆਪਾਂ ਨੂੰ ਪਤਾ ਬਲਾਸਟੋਸਿਸਟ ਕੇਸ ਦੇ ਵਿੱਚ ਜਦੋਂ ਬਲਾਸਟੋਸਿਸਟ ਹੋਏਗਾ, ਬਲਾਸਟੋਸਿਸਟ ਕਦੋਂ ਹੋਏਗਾ ਜਦੋਂ ਬਲਾਸਟੋਮੀਰ ਦੀ ਆਊਟਰਮੋਸਟ ਲੇਅਰ ਜਿਹੜੀ ਹੋਏਗੀ ਉਹਨੂੰ ਉਹ ਟ੍ਰੋਪੋਪਲਾਸਟ ਹੋ ਜੇ, ਔਰ ਇਨਰ ਮਾਸ ਜੋ ਹੋਏਗਾ ਉਹ ਕਰੈਕਟਰਿਸਟਿਕਸ ਹੋਏਗੀ ਬਲਾਸਟੋਸਿਸਟ। ਤਾਂ ਉਸ ਕੰਡੀਸ਼ਨ ਵਿੱਚ ਕੀ ਹੋਏਗੀ ਇੰਪਲਾਂਟੇਸ਼ਨ ਹੋਏਗੀ। ਜਦੋਂ ਐਮਬਰੀਓ ਉਸ ਸਟੇਜ ਵਿੱਚ ਹੋਏਗਾ ਉਦੋਂ ਦੀ ਕੀ ਹੋ ਜਾਏਗੀ ਇੰਪਲਾਂਟੇਸ਼ਨ ਹੋਏਗੀ। ਇੰਪਲਾਂਟੇਸ਼ਨ ਤੋਂ ਬਾਅਦ ਵਿੱਚ ਕੁਝ ਚੇਂਜਸ ਹੋਣਗੀਆਂ, ਉਸ ਚੇਂਜਸ ਨੂੰ ਆਪਾਂ ਦੇਖਦੇ ਹਾਂ ਐਮਬਰੀਓ ਵਿੱਚ ਵੀ ਹੋਣਗੀਆਂ ਜਾਂ ਫੋਇਟਸ ਕਹਿ ਦਿੰਦੇ ਐਂਡ ਮਦਰ ਵਿੱਚ ਵੀ। ਜੋ ਫਿਟਸ ਹੋਏਗਾ ਫਿਟਸ ਦੇ ਟ੍ਰੋਪੋਪਲਾਸਟ ਦੇ ਉੱਪਰ ਨਾ ਫਿੰਗਰ ਲਾਈਕ ਪ੍ਰੋਜੈਕਸ਼ਨ ਹੋ ਜਾਂਦੀਆਂ ਹੈਗੀਆਂ, ਫਿੰਗਰ ਲਾਈਕ ਪ੍ਰੋਜੈਕਸ਼ਨ ਹੋਣਗੀਆਂ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਕ੍ਰਿਓਨਿਕ ਵਿਲਾਈ। ਔਰ ਯੂਟਰਸ ਟਿਸ਼ੂ ਜਿਹੜੇ ਹੈਗੇ ਆ ਉਹ ਕ੍ਰਿਓਨਿਕ ਵਿਲਾਈ ਦੇ ਨਾਲ ਕੀ ਹੁੰਦੇ ਆ ਅਬੈਂਡਡ ਹੋ ਜਾਂਦੇ ਔਰ ਇੱਕ ਇੰਟੀਗ੍ਰੇਟਡ ਸਟਰਕਚਰ ਬਣਾ ਲੈਂਦੇ ਆ ਫਿਊਜ਼ ਹੋ ਕੇ ਕ੍ਰਿਓਨਿਕ ਵਿਲਾਈ ਔਰ ਯੂਟਰਸ ਟਿਸ਼ੂ ਕਿਹੜੇ ਵਾਲੇ ਐਂਡੋਮੈਟਰੀਅਮ ਦੇ। ਐਂਡੋਮੈਟਰੀਅਮ ਦੇ ਜਿਹੜੇ ਟਿਸ਼ੂ ਹੋਣਗੇ ਔਰ ਕ੍ਰਿਓਨਿਕ ਵਿਲਾਈ ਕਿੱਥੇ ਹੋਣਗੇ ਟ੍ਰੋਪੋਪਲਾਸਟ ਦੇ ਉੱਪਰ। ਸਪੋਜ਼ ਜਿੱਦਾਂ ਆਪਣੇ ਕੋਲ ਕੀ ਐਮਬਰੀਓ ਦੇ ਉੱਪਰ ਕੀ ਹੋ ਜਾਂਦਾ ਇੱਦਾਂ ਦੀ ਫਿੰਗਰ ਲਾਈਕ ਪ੍ਰੋਜੈਕਸ਼ਨ ਹੋ ਜਾਂਦੀਆਂ
और जो यूट्रस है, यूट्रस की जो एंडोमैट्रियम हैगी है, एंडोमैट्रियम इसनूं की करेगी, कवर करना शुरू कर देगी, कवर करेगी। और फिंगर लाइक प्रोजैक्शन जो हैगियां ਇਹਦੇ ਉੱਪਰ, ਆਹ ਵਾਲੀ ਫਿੰਗਰ ਲਾਈਕ ਪ੍ਰੋਜੈਕਸ਼ਨ ਉਹੀ ਕ੍ਰਿਓਨਿਕ ਵਲਾਈ ਕਹਿ ਰਹੇ ਆਪਾਂ। ਕ੍ਰਿਓਨਿਕ ਵਲਾਈ ਜਿਹੜੀਆਂ ਹੈਗੀਆਂ ਇਹ ਕੀ ਹੋ ਜਾਣਗੀਆਂ, ਯੂਟਰਸ ਟਿਸ਼ੂ ਦੇ ਨਾਲ ਅਬੈਂਡਡ ਹੋ ਜਾਣਗੀਆਂ, ਅਟੈਚ ਹੋ ਜਾਣਗੀਆਂ ਔਰ ਇੱਕ ਸਟਰਕਚਰ ਬਣਾ ਲੈਣਗੀਆਂ। ਉਸ ਸਟਰਕਚਰ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਇੰਟੀਗ੍ਰੇਟਡ ਸਟਰਕਚਰ, ਉਹਨੂੰ ਕੀ ਕਹਿੰਦੇ ਨੇ, ਪਲੇਜ਼ੈਂਟਾ। ਔਰ ਇਹ ਸਟਰਕਚਰ ਯੂਨਿਟ ਹੈਗੀ ਆ ਮਦਰ ਅਤੇ ਫੋਇਟਸ ਦੇ ਵਿੱਚ। ਸਟਰਕਚਰ ਯੂਨਿਟ ਹੈ, ਜੋ ਵੀ ਨਿਊਟ੍ਰੀਸ਼ਨ ਹੋਣੀ ਹੈ ਐਮਬਰੀਓ ਦੀ, ਉਹ ਕਿਹਦੇ ਥਰੂ ਹੋਏਗੀ, ਪਲੇਜ਼ੈਂਟਾ ਦੇ ਥਰੂ ਹੋਏਗੀ। ਪਲੇਜ਼ੈਂਟਾ ਕਿੱਥੋਂ ਬਣਿਆ, ਕ੍ਰਿਓਨਿਕ ਵਲਾਈ ਔਰ ਯੂਟਰ ਟਿਸ਼ੂ ਦੇ ਕੰਬੀਨੇਸ਼ਨ ਤੋਂ। ਉਹਨਾਂ ਦੇ ਇੱਕ ਇੰਟੀਗ੍ਰੇਟਡ ਸਟਰਕਚਰ ਫੋਰਮ ਹੋਈ ਹੈ ਜਿੱਥੋਂ ਪਲੇਜ਼ੈਂਟਾ ਬਣਿਆ। ਪਲੇਜ਼ੈਂਟਾ ਇੱਕ ਫੰਕਸ਼ਨਲ ਯੂਨਿਟ ਹੈ ਜਿਸ ਦੇ ਥਰੂ ਜੋ ਐਮਬਰੀਓ ਹੈ ਜੋ ਡਿਵੈਲਪ ਹੋ ਰਿਹਾ ਉਸ ਨੂੰ ਨਿਊਟ੍ਰੀਸ਼ਨ ਮਿਲੇਗੀ। ਨਿਊਟ੍ਰੀਸ਼ਨ ਮਿਲੇਗੀ, ਜਿੰਨੀ ਵੀ ਆਕਸੀਜਨ ਸਪਲਾਈ ਹੈ ਨਿਊਟਰੈਂਟ ਹੋਏਗੀ ਉਹ ਕਿਹਦੇ ਥਰੂ ਹੋਣੀ ਹੈ, ਪਲੇਜ਼ੈਂਟਾ ਦੇ ਥਰੂ ਹੋਏਗੀ। ਰਿਮੂਵਲ ਹੋਣਾ ਆਕਸੀਜਨ ਦਾ ਜਾਂ ਐਕਸਕ੍ਰੀਟਰੀ ਵੇਸਟ ਮਟੀਰੀਅਲ ਸਭ ਕੁਝ ਕਿਹਦੇ ਥਰੂ ਹੋਏਗਾ, ਪਲੇਜ਼ੈਂਟਾ ਦੇ ਥਰੂ। ਹੁਣ ਸਰਟਨ ਡਰੱਗਸ ਹੁੰਦੇ ਆ, ਸਰਟਨ ਡਰੱਗਸ ਉਹ ਵੀ ਕੀ ਹੁੰਦਾ, ਪਲੇਜ਼ੈਂਟਾ ਦੇ ਥਰੂ ਮਦਰ ਤੋਂ ਬੇਬੀ ਤੱਕ ਪਹੁੰਚ ਜਾਂਦੇ ਆ। ਕੁਝ ਡਰੱਗਸ ਹੁੰਦੇ ਆ ਉਹ ਵੀ ਪਹੁੰਚ ਸਕਦੇ ਆ। ਔਰ ਮਦਰ ਦੇ ਬਲੱਡ ਦੇ ਵਿੱਚ ਕੁਝ ਐਂਟੀਬੋਡੀਜ਼ ਵੀ ਹੁੰਦੀਆਂ, ਮਦਰ ਦੇ ਵਿੱਚ ਜੋ ਐਂਟੀਬੋਡੀਜ਼ ਹੁੰਦੀਆਂ ਉਹ ਵੀ ਪਲੇਜ਼ੈਂਟਾ ਦੇ ਥਰੂ ਕਿੱਥੋਂ ਪਹੁੰਚਦੀਆਂ ਹੈਗੀਆਂ, ਐਮਬਰੀਓ ਤੱਕ ਪਹੁੰਚ ਜਾਂਦੀਆਂ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਚੀਜ਼ਾਂ ਬਲੱਡ ਦੇ ਵਿੱਚ, ਕੁਝ ਐਂਟੀਬੋਡੀਜ਼ ਬਣੀਆਂ ਹੋਈਆਂ, ਪ੍ਰੀਪੇਅਰ ਹੋਈਆਂ ਮਦਰ ਦੇ ਵਿੱਚ, ਜਿੱਦਾਂ ਪੋਲੀਓ ਜਾਂ ਚਿਕਨ ਪੌਕਸ ਵਗੈਰਾ ਦੇ ਅਗੇਂਸਟ ਜੋ ਮਦਰ ਬਲੱਡ ਦੇ ਵਿੱਚ ਆ, ਉਹ ਵੀ ਪਲੇਜ਼ੈਂਟਾ ਦੇ ਥਰੂ ਬੇਬੀ ਤੱਕ ਪਹੁੰਚਦੀਆਂ। ਔਰ ਪਲੇਜ਼ੈਂਟਾ ਇੱਕ ਤਰ੍ਹਾਂ ਦਾ ਐਂਡੋਕਰਾਈਨ ਟਿਸ਼ੂ ਦਾ ਵੀ ਕੰਮ ਕਰਦਾ। ਐਂਡੋਕਰਾਈਨ ਗਲੈਂਡ ਆਪਾਂ ਕੀਤੀਆਂ ਜਿਹੜੇ ਵਿਦਾਊਟ ਡਕਟ ਦੇ ਹਾਰਮੋਨ ਨੂੰ ਸਕ੍ਰੀਟ ਕਰਦੇ ਆ, ਤਾਂ ਉਹ ਹਾਰਮੋਨ ਆਪਾਂ ਡਿਸਕਸ ਕਰਦੇ ਹਾਂ ਕਿਹੜੇ ਕਿਹੜੇ ਵਾਲੇ ਹੈਗੇ ਆ। ਇੱਥੇ ਕੁਝ ਹਾਰਮੋਨ ਹੈਗੇ ਆ ਜੋ ਇੱਕ ਤਰ੍ਹਾਂ ਦੇ ਕਨਫਰਮ ਕਰਦੇ ਆ ਕਿ ਪ੍ਰੈਗਨੈਂਸੀ ਹੈ। ਉਹ ਵਾਲੇ ਕਿਹੜੇ ਹੈਗੇ, HCG ਐਂਡ HPL। ਇਹ ਦੋਨੋਂ ਇੱਦਾਂ ਦੇ ਹਾਰਮੋਨ ਹੈਗੇ ਆ, ਇਹ ਜਿਹੜੇ ਡਿਊਰਿੰਗ ਪ੍ਰੈਗਨੈਂਸੀ ਹੀ ਹੁੰਦੇ ਆ ਇਕੱਲੇ ਪ੍ਰੋਡਿਊਸ। ਇਹ ਇੱਕ ਡੈਡ ਸ਼ੋਰ ਹੈ, ਅਗਰ ਇਹ ਹਾਰਮੋਨ ਹੈ ਫੀਮੇਲ ਦੇ ਅੰਦਰ, ਇਟ ਮੀਨਸ ਕਿ ਉਹ ਪ੍ਰੈਗਨੈਂਟ ਹੈ। ਇਹ ਹਾਰਮੋਨ ਸਿਰਫ ਔਰ ਸਿਰਫ ਉਦੋਂ ਹੀ ਜਨਰੇਟ ਹੁੰਦੇ ਆ ਜਾਂ ਪ੍ਰੋਡਿਊਸ ਹੁੰਦੇ ਆ ਜਦੋਂ ਫੀਮੇਲ ਪ੍ਰੈਗਨੈਂਟ ਹੋਏ। ਔਰ HCG ਇਹ ਪਲੇਜ਼ੈਂਟਾ ਦੇ ਥਰੂ ਹੀ ਹੋਣਗੇ। ਪਲੇਜ਼ੈਂਟਾ ਉਦੋਂ ਹੀ ਫੋਰਮ ਹੁੰਦਾ ਹੈ, ਇਹ ਪਲੇਜ਼ੈਂਟਾ ਸਕ੍ਰੀਟ ਕਰਦਾ ਇਹਨਾਂ ਹਾਰਮੋਨਸ ਨੂੰ। ਔਰ ਪਲੇਜ਼ੈਂਟਾ ਉਦੋਂ ਹੀ ਫੋਰਮ ਹੁੰਦੇ ਆ ਜਦੋਂ ਇਹ ਆਪਾਂ ਇਹ ਕਹਿ ਸਕਦੇ ਪਲੇਜ਼ੈਂਟਾ ਉਦੋਂ ਹੀ ਫੋਰਮ ਹੋਏਗਾ ਜਦੋਂ ਪ੍ਰੈਗਨੈਂਸੀ ਹੋ ਚੁੱਕੀ ਹੈ। ਪ੍ਰੈਗਨੈਂਸੀ ਤੋਂ ਬਾਅਦ ਪਲੇਜ਼ੈਂਟਾ ਫੋਰਮ ਹੋਇਆ, ਪਲੇਜ਼ੈਂਟਾ ਇਹ ਵਾਲੇ ਹਾਰਮੋਨ ਸਕ੍ਰੀਟ ਕਰਦਾ, ਤਾਂ ਅਲਟੀਮੇਟਲੀ ਇਹ ਹਾਰਮੋਨ HCG ਐਂਡ HPL ਇੱਕ ਤਰ੍ਹਾਂ ਦੇ ਪ੍ਰੈਗਨੈਂਸੀ ਦੇ ਸ਼ੋਰ ਕਰਦੇ ਪ੍ਰੈਗਨੈਂਸੀ ਨੂੰ। HCG ਦਾ ਹੈ ਮੀਨਿੰਗ ਹਿਊਮਨ ਕ੍ਰਿਓਨਿਕ ਗੋਨਾਡੋਟ੍ਰੋਫਿਨ ਔਰ HPL ਹੈ ਹਿਊਮਨ ਪਲੇਜ਼ੈਂਟਲ ਲੈਕਟੋਜਨ ਔਰ ਪ੍ਰੋਡਿਊਸਡ ਓਨਲੀ ਡਿਊਰਿੰਗ ਪ੍ਰੈਗਨੈਂਸੀ। ਰਿਲੈਕਸਿੰਗ ਜੋ ਹਾਰਮੋਨ ਹੈ ਉਹ ਵੀ ਪਲੇਜ਼ੈਂਟਾ ਸਕ੍ਰੀਟ ਕਰਦਾ, ਐਸਟ੍ਰੋਜਨ ਵੀ ਸਕ੍ਰੀਟ ਕਰੇਗਾ, ਪ੍ਰੋਜੈਸਟੇਰੋਨ ਵੀ। ਪ੍ਰੋਜੈਸਟੇਰੋਨ ਐਸਟ੍ਰੋਜਨ ਜਿਹੜੇ ਹੈਗੇ ਆ ਦੋਨੋਂ ਇੱਕ ਤਰ੍ਹਾਂ ਦੇ ਕੰਬੀਨੇਸ਼ਨ ਦੇ ਵਿੱਚ ਕੰਮ ਕਰਦੇ ਆ। ਔਰ ਸੈਕੰਡਰੀ ਕਰੈਕਟਰ ਜੋ ਹੋਏਗਾ ਪ੍ਰੈਗਨੈਂਸੀ ਤੋਂ ਬਾਅਦ ਵਿੱਚ ਉਸ ਨੂੰ ਡਿਵੈਲਪ ਕਰਦੇ ਆ, ਜੋ ਵੀ ਸੈਕੰਡਰੀ ਕਰੈਕਟਰ ਹੋਏਗਾ, ਲਾਈਕ ਬ੍ਰੈਸਟ ਦੀ ਡਿਵੈਲਪਮੈਂਟ ਹੋ ਗਈ। ਇਹ ਦੋਨੋਂ ਹਾਰਮੋਨ ਕੰਬਾਈਨ ਹੋ ਕੇ ਕੰਮ ਕਰਨੇ। ਕੋਰਟੀਸੋਲ ਜੋ ਹੋਏਗਾ ਇਹ ਵੀ ਪਲੇਜ਼ੈਂਟਾ ਦੇ ਇੱਕ ਤਰ੍ਹਾਂ ਹਾਰਮੋਨ ਔਰ ਫੀਟਲ ਦੀ ਗਰੋਥ ਨੂੰ ਕਰਦਾ। ਕੋਰਟੀਸੋਲ ਆਪਾਂ ਨੂੰ ਆਲਰੇਡੀ ਪਤਾ, ਕੋਰਟੀਸੋਲ ਆਪਾਂ ਕੀਤਾ ਹੋਇਆ ਅਡਰਨਲ ਕੋਰਟੈਕਸ ਦਾ ਹੈ, ਲੇਕਿਨ ਇਹ ਪਲੇਜ਼ੈਂਟਾ ਦੇ ਥਰੂ ਵੀ ਇਸ ਦੀ ਸਕ੍ਰੀਸ਼ਨ ਹੁੰਦੀ ਹੈ। ਪ੍ਰੋਲੈਕਟਿਨ, ਥਾਇਰੋਕਸਿਨ, ਇਹ ਸਾਰੇ ਕਿਹੜੇ ਵਾਲੇ ਹੈਗੇ, ਪ੍ਰੋਲੈਕਟਿਨ ਆਪਾਂ ਨੂੰ ਆਲਰੇਡੀ ਪਤਾ ਹੈ, ਲੈਕਟੇਸ਼ਨ ਵਿੱਚ ਹੈਲਪ ਕਰੇਗਾ, ਮੈਟਾਬੋਲਿਕ ਚੇਂਜ ਇਨ ਮਦਰ। ਔਰ ਥਾਇਰੋਕਸਿਨ ਇਹ ਸਾਰੇ ਦੇ ਸਾਰੇ ਜਿਹੜੇ ਹਾਰਮੋਨ ਹੈਗੇ ਆ ਇੱਕ ਤਰ੍ਹਾਂ ਦੇ ਇੰਕਰੀਜ਼ ਕਰ ਰਹੇ, ਜਾਂ ਆਪਾਂ ਇਹ ਕਹਿ ਰਹੇ ਹਾਂ ਬੇਬੀ ਦੇ ਗਰੋਥ ਲਈ ਐਂਡ ਪ੍ਰੈਗਨੈਂਸੀ ਨੂੰ ਮੇਨਟੇਨ ਕਰਨ ਲਈ। ਸਾਰੇ ਹਾਰਮੋਨ ਪਲੇਜ਼ੈਂਟਲ ਹਾਰਮੋਨ ਹੈ। ਔਰ ਜੋ ਇਹਨਾਂ ਵਿੱਚੋਂ ਡੈਡ ਸ਼ੋਰ ਜੋ ਹੋਏਗਾ ਪ੍ਰੈਗਨੈਂਸੀ ਨੂੰ ਜੋ ਸ਼ੋਰ ਕਰਦੇ ਹੋ HCG ਐਂਡ HPL ਹਾਰਮੋਨ ਜੋ ਹੈ ਉਹ ਕਿਹੜੇ ਵਾਲੇ ਹੋਣਗੇ, ਉਹ ਹਾਰਮੋਨ ਹੋਣਗੇ ਜੋ ਪ੍ਰੈਗਨੈਂਸੀ ਨੂੰ ਸ਼ੋਰ ਕਰਦੇ ਆ। ਐਸਟ੍ਰੋਜਨ, ਪ੍ਰੋਜੈਸਟੇਰੋਨ ਇਹ ਆਲਰੇਡੀ ਹੀ ਪ੍ਰੋਡਿਊਸ ਹੁੰਦੇ ਰਹਿੰਦੇ ਆ, ਇਹਨਾਂ 'ਤੇ ਕੋਈ ਕਲੀਅਰ ਨਹੀਂ ਹੈ, ਲੇਕਿਨ HCG ਐਂਡ HPL ਜੋ ਹੈ ਇਹ ਸ਼ੋਰਟੀ ਦਿੰਦੇ ਆ ਕਿ ਪ੍ਰੈਗਨੈਂਸੀ ਹੈ। ਅੱਜ ਦੀ ਕਲਾਸ ਵਿੱਚ ਇੰਨਾ ਹੀ। ਔਰ ਇੱਕ ਹੋਰ ਚੀਜ਼,
प्लेजेंटा इज कनैक्टेड टू द एम्ब्रियो थ्रू द अंबलिकल कोड। एक जो एम्ब्रियो होएगा वो की होंदा अंबलिकल कोड के थ्रू कि प्लेजेंटा के नाल अटैच होंदा विच हैल्प इन ट्रांसपोर्ट ऑफ सबसटेंस टू एंड फ्रॉम द एम्ब्रियो। एम्ब्रियो तो किसी चीज़ का आना या एम्ब्रियो तक किसी चीज़ का जाना वो अंबलिकल कोड के थ्रू जाएगा, लेकिन जाएगा कितों प्लेजेंटा तो होंदा होया। हम स्ट्रक्चर देखते हैं। देखो आ वाली सारी स्ट्रक्चर पई हुई है, तो स्ट्रक्चर तो समझने की कोशिश करो। आ देखो आ जो अपने को प्लेजेंटा पिया होया, प्लेजेंटा ये प्लेजेंटा की विलाइज है। प्लेजेंटा तो आ जो जा रही है ये एम्बलिकल कोड है। एम्बलिकल कोड के थ्रू की हो रहा सारी न्यूट्रिशन प्रोवाइड हो रही है, लेकिन आ कितों रहा प्लेजेंटा। आ जो माइक्रोविलाइज ऊपर निकली हुई है, फिंगर लाइक प्रोजैक्शन जो है, और एंडोमैट्रियम जो आप यूट्रस की पहली लेयर हैगी है वो एक तरह के टिशू के अटैच है प्लेजेंटा। और एक ये वाली चीज़ ने की बनाया है प्लेजेंटा। और प्लेजेंटा तो बाद की निकल रहा है एम्बलिकल कोड। एम्बलिकल कोड की कर रही है न्यूट्रिशन मतलब सबसटेंस को कैरी कर रही है प्लेजेंटा तो एम्ब्रियो तक और एम्ब्रियो तो प्लेजेंटा तक। ये सारे फंक्शनल यूनिट कौन है? प्लेजेंटा, फेटस ते मदर दे विच। ओके, नैक्सट क्लास आप डिस्कस करांगे और ये क्लास चैप्टर कंप्लीट हो जाएगा। कोई डाउट हो तो आप पूछ सकते हो।